subscribe our channel and press the bell icon ताकि कोई भी नवी अपडेट तुसी मिस ना करो। ਸਤਿ ਸ਼੍ਰੀ ਅਕਾਲ, ਨਮਸਕਾਰ। ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਵੇ ਟੂ ਗੋ ਦ ਕੰਪਲੀਟ ਇਮੀਗ੍ਰੇਸ਼ਨ ਸੋਲਿਊਸ਼ਨ ਵਿੱਚ ਸਵਾਗਤ ਹੈ। ਇਮੀਗ੍ਰੇਸ਼ਨ ਦੇ ਰਿਲੇਟਡ ਇਸ ਪ੍ਰੋਗਰਾਮ ਦੇ ਵਿੱਚ ਗੱਲਾਂ ਹੋਣਗੀਆਂ, ਕੀ ਕੁਝ ਅਪਡੇਟ ਹੋਇਆ, ਕੀ ਕੁਝ ਨਵੇਂ ਪਾਇਲਟ ਪ੍ਰੋਜੈਕਟ ਆਏ ਆ, ਕਿਹੜੇ ਪ੍ਰੋਗਰਾਮ ਚੱਲ ਰਹੇ ਆ, ਇਸ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਜਾਵੇਗੀ। ਤੇ ਅੱਜ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ ਵੀਜ਼ਾ ਲਿੰਕ ਤੋਂ ਮਿਸਟਰ ਗੁਰਮੀਤ ਸਿੱਧੂ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਿਸਟਰ ਸਿੱਧੂ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਐਂਡ ਸਾਂਝਾ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਥੈਂਕ ਯੂ ਵਨਸ ਅਗੇਨ ਕਿ ਤੁਸੀਂ ਸਟੂਡੀਓ ਦੇ ਵਿੱਚ ਆਏ ਤੇ ਅਪਡੇਟਸ ਦੇ ਲਈ ਅੱਜ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਕਿ ਕੀ ਕੁਝ ਹੋ ਰਿਹਾ ਹੈ ਇਮੀਗ੍ਰੇਸ਼ਨ ਦੇ ਵਿੱਚ, ਇਮੀਗ੍ਰੇਸ਼ਨ ਇੰਡਸਟਰੀ ਦੇ ਵਿੱਚ। ਜਦੋਂ ਇਮੀਗ੍ਰੇਸ਼ਨ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਸਾਡੇ ਦਿਮਾਗ ਦੇ ਵਿੱਚ ਆਉਂਦਾ ਹੈ ਕੈਨੇਡੀਅਨ ਇਮੀਗ੍ਰੇਸ਼ਨ। ਹਾਂਜੀ, ਸੋ ਕੈਨੇਡੀਅਨ ਇਮੀਗ੍ਰੇਸ਼ਨ ਦੇ ਵਿੱਚ ਸਾਡੇ ਇਮੀਗ੍ਰੇਸ਼ਨ ਮਿਨਿਸਟਰ ਮਾਰਕੋ ਮੈਡੀਚਿਨੋ ਉਹਨਾਂ ਨੇ ਇੱਕ ਅਪਡੇਟ ਦਿੱਤੀ ਹੈ ਕਿ ਰੂਰਲ ਤੇ ਨਾਰਥਰਨ ਪਾਇਲਟ ਪ੍ਰੋਜੈਕਟ ਜਿਹੜਾ ਉਹ ਸਟਾਰਟ ਕੀਤਾ ਗਿਆ ਹੈ। ਸੋ ਰੂਰਲ ਏਰੀਆਜ਼ ਦੇ ਵਿੱਚ ਜਾ ਕੇ ਤੁਸੀਂ ਇਮੀਗ੍ਰੇਸ਼ਨ ਲੈ ਸਕਦੇ ਹੋ। ਕੀ ਹੈ ਉਹ ਪਾਇਲਟ ਪ੍ਰੋਜੈਕਟ? ਇਹ ਦੋ ਤਰ੍ਹਾਂ ਦੇ ਪਾਇਲਟ ਪ੍ਰੋਜੈਕਟਸ ਹੈਗੇ ਆ ਜੀ। ਇੱਕ ਹੈਗਾ ਹੈ ਸਕਿਲਡ ਵਰਕਰਸ ਦੇ ਲਈ, ਇੱਕ ਹੈਗਾ ਇਨਵੈਸਟਮੈਂਟ ਕੈਟਾਗਰੀ ਪ੍ਰੋਗਰਾਮ ਜਿਹੜਾ ਹੈਗਾ ਜੀ। ਇਨਵੈਸਟਮੈਂਟ ਦੇ ਅੰਡਰ ਜਿਹੜੇ ਜਿੰਨੇ ਵੀ ਰੂਰਲ ਏਰੀਆ ਸੀਗੇ ਜੀ, ਗਵਰਨਮੈਂਟ ਦੀ ਇੱਕ ਪਲਾਨ ਹੈਗੀ ਹੈ ਕਿ ਉਹਨਾਂ ਨੂੰ ਜ਼ਿਆਦਾ ਡਿਵੈਲਪ ਕੀਤਾ ਜਾਵੇ, ਜਿਹੜੇ ਬਿਜ਼ਨਸਿਸ ਹੈਗੇ ਆ ਉਹਨਾਂ ਨੂੰ ਉੱਥੇ ਮੂਵ ਕੀਤਾ ਜਾਵੇ ਤੇ ਉੱਥੋਂ ਦੀ ਇਕੋਨਮੀ ਹੈ ਜਿਹੜੀ ਉਹਨੂੰ ਬੂਸਟ ਕਰੀਏ। ਉਹਦੇ ਲਈ ਕੀ ਹੈਗਾ ਕਿ ਜੀ ਘੱਟੋ ਘੱਟ $1 ਲੱਖ ਦੀ ਜਿਹੜੀ ਇਨਵੈਸਟਮੈਂਟ ਹੈਗੀ ਹੈ ਉਹ ਤੁਸੀਂ ਇਨਵੈਸਟ ਕਰਕੇ ਤੇ ਉੱਥੇ ਆਪਣਾ ਬਿਜ਼ਨਸ ਬਾਈ ਆਊਟ ਕਰ ਸਕਦੇ ਹੈਗੇ ਆ। ਐਕਚੁਅਲੀ ਬਾਈ ਆਊਟ ਨਹੀਂ, ਨਵਾਂ ਬਿਜ਼ਨਸ ਤੁਹਾਨੂੰ ਆਪਰੇਟ ਕਰਨਾ ਪੈਣਾ ਹੈ, ਨਵਾਂ ਬਿਜ਼ਨਸ ਲੈਣਾ ਪੈਣਾ। ਉਹਦੇ ਲਈ ਉੱਥੋਂ ਨੇ ਗਵਰਨਮੈਂਟ ਨੇ ਕਮਿਊਨਿਟੀਜ਼ ਜਿਹੜੀਆਂ ਲੋਕਲ ਕਮਿਊਨਿਟੀਜ਼ ਹੈਗੀਆਂ ਉਹਨੂੰ ਡੈਜ਼ਿਗਨੇਟ ਕੀਤਾ ਹੈਗਾ, ਉਹਨਾਂ ਤੋਂ ਤੁਹਾਨੂੰ ਅਪਰੂਵਲ ਲੈਣੀ ਪੈਂਦੀ ਹੈ ਅਤੇ ਉਹ ਜਿਹੜਾ ਬਿਜ਼ਨਸ ਹੈ ਐਸਟੈਬਲਿਸ਼ ਕਰਨਾ ਪੈਂਦਾ ਹੈ। ਉਹਦੇ ਪੁਆਇੰਟਸ ਨੇ ਜੀ ਅੱਗੇ। ਉਹਦੇ ਵਿੱਚ ਐਜੂਕੇਸ਼ਨ ਦੇ ਵੀ ਪੁਆਇੰਟਸ ਹੈਗੇ ਆ, ਇੰਗਲਿਸ਼ ਦੇ ਵੀ ਪੁਆਇੰਟਸ ਹੈਗੇ ਆ। ਇਸ ਤਰ੍ਹਾਂ ਤੁਸੀਂ ਜਦੋਂ ਇਨਵੈਸਟਮੈਂਟ ਕਰ ਦਿੰਦੇ ਹੋ, ਬਿਜ਼ਨਸ ਆਪਣਾ ਐਸਟੈਬਲਿਸ਼ ਕਰ ਲੈਂਦੇ ਹੋ, ਤਾਂ ਤੁਸੀਂ PR ਦੀ ਐਪਲੀਕੇਸ਼ਨ ਜਿਹੜੀ ਉਹ ਪਾ ਸਕਦੇ ਹੋ। ਉਹਦੇ ਵਿੱਚ ਪੁਆਇੰਟਸ ਜਿਹੜੇ ਸੀਗੇ ਉਹਨਾਂ ਨੂੰ ਘਟਾ ਦਿੱਤਾ ਗਿਆ ਹੈ ਜੀ। ਜਿਵੇਂ ਬਿਜ਼ਨਸ ਐਕਸਪੀਰੀਅੰਸ ਰਿਲੇਟਡ ਪੁਆਇੰਟ ਸੀਗੇ ਉਹ ਘਟਾ ਦਿੱਤੇ ਗਏ ਹੈ ਜੀ। ਦੂਸਰਾ ਸੀਗਾ ਜੀ ਕਿ ਸਕਿਲਡ ਕੈਟਾਗਰੀ ਦੇ ਅੰਡਰ ਜਿਹੜਾ ਰੀਜਨਲ ਪਾਇਲਟ ਪ੍ਰੋਗਰਾਮ ਸੀ ਉਹਦੇ 'ਚ ਵੀ ਪੁਆਇੰਟਸ ਘਟਾਏ ਹੈ ਜੀ ਇਹਨਾਂ ਨੇ। ਉਹਦੇ ਵਿੱਚ ਵੀ ਐਕਸਪੀਰੀਅੰਸ ਦੇ ਪੁਆਇੰਟ ਘਟਾ ਦਿੱਤੇ ਗਏ ਆ, ਕੁਝ ਇੰਗਲਿਸ਼ ਦੇ ਪੁਆਇੰਟਸ ਘਟਾਏ ਗਏ ਆ ਤਾਂ ਕਿ ਈਜ਼ੀਲੀ ਜਿਹੜਾ ਹੈਗਾ ਸਕਿਲਡ ਵਰਕਰ ਕੈਟਾਗਰੀ ਦੇ ਅੰਡਰ ਇਮੀਗ੍ਰੇਸ਼ਨ ਲਈ ਜਾ ਸਕੇ। ਬਿਲਕੁਲ, ਇਹ ਕਹਿ ਸਕਦੇ ਕਿ ਪਹਿਲਾਂ ਐਗਜ਼ਿਸਟ ਕਰਦਾ ਸੀਗਾ ਪਰ ਪੁਆਇੰਟਸ ਥੋੜੇ ਜਿਹੇ ਘੱਟ ਕਰਦੇ, ਰਿਲੈਕਸੇਸ਼ਨ ਦਿੱਤੀ ਹੈ। ਉਹਦਾ ਕੋਈ ਜ਼ਿਆਦਾ ਫਾਇਦਾ ਨਹੀਂ ਹੋ ਰਿਹਾ ਸੀ। ਬਹੁਤੇ ਜ਼ਿਆਦਾ ਪੀਪਲ ਜਿਹੜੇ ਸੀਗੇ ਉਹਦੇ 'ਚ ਇੰਟਰਸਟ ਸ਼ੋ ਨਹੀਂ ਕਰਦੇ ਸੀਗੇ ਕਿਉਂਕਿ ਪੁਆਇੰਟ ਗ੍ਰੇਡ ਪ੍ਰੋਗਰਾਮ ਹੋਰ ਹੈਗੇ ਆ ਜੀ ਜਿਹੜੇ ਤੁਹਾਨੂੰ ਅਲਾਉ ਕਰਦੇ ਆ ਕਿ ਤੁਸੀਂ ਮੈਟਰੋ ਸਿਟੀ 'ਚ ਰਹਿ ਸਕਦੇ ਹੈਗੇ। ਸੋ ਇਸ ਕਰਕੇ ਉਹ ਜਿਹੜਾ ਕੰਪੀਟੀਸ਼ਨ ਸੀ ਉਹਨੂੰ ਘਟਾਉਣ ਦੇ ਲਈ ਕਿ ਜ਼ਿਆਦਾ ਲੋਕ ਉਧਰ ਐਲੀਜੀਬਲ ਹੋ ਸਕਣ, ਉਹਨਾਂ ਥੋੜਾ ਪੁਆਇੰਟਸ ਜਿਹੜੇ ਹੈਗੇ ਉਹ ਘਟਾ ਦਿੱਤੇ ਗਏ। ਬਿਲਕੁਲ, ਤੇ ਨਾਲ ਹੁਣ ਇਹਨਾਂ ਏਰੀਆਜ਼ ਦੀ ਜੇ ਗੱਲ ਕਰੀਏ ਤਾਂ ਉਹ ਸਸਕੈਚੇਵਨ ਦੇ ਵਿੱਚ ਇੱਕ ਸ਼ਹਿਰ ਹੈਗਾ ਉਹ ਆ ਜਾਂਦੇ ਆ। ਜੇ ਅਸੀਂ ਬ੍ਰਿਟਿਸ਼ ਕੋਲੰਬੀਆ ਦੀ ਗੱਲ ਕਰੀਏ ਤਾਂ ਉਧਰ ਵਰਨਨ ਵੱਲੀ, ਇਹ ਵਾਲੇ ਏਰੀਆਜ਼ ਦੇ ਵਿੱਚ ਤੁਸੀਂ ਜਾ ਕੇ ਆਪਣਾ ਬਿਜ਼ਨਸ ਐਸਟੈਬਲਿਸ਼ ਕਰ ਸਕਦੇ। ਰੀਜਨਲ ਕਮਿਊਨਿਟੀਜ਼ ਦੇ ਵਿੱਚ ਜੀ ਉਹਨਾਂ ਨੇ ਕਿਹਾ ਕਿ ਜਿਹੜੀਆਂ ਫਾਰ ਅਵੇ ਜਿਹੜੀਆਂ ਰੀਜਨਲ ਕਮਿਊਨਿਟੀਜ਼ ਹੈਗੀਆਂ ਆ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਇਕੋਨੋਮਿਕਲੀ ਵਾਈਜ਼ ਉਹਨਾਂ ਨੂੰ ਬੂਸਟ ਕਰਨਾ ਚਾਹੁੰਦੇ ਆ ਜੀ ਉਹ। ਤੇ ਨਾਲ ਮਿਸਟਰ ਸਿੱਧੂ, ਜੇ ਅਸੀਂ ਉਹਨਾਂ ਦੀ ਗੱਲ ਕਰੀਏ ਕਿ ਜਿਹੜੇ PR ਦੀ ਉਡੀਕ ਕਰ ਰਹੇ ਹੈਗੇ ਆ, ਹੁਣ ਪੈਂਡੈਮਿਕ ਹੋ ਗਿਆ ਤੇ ਉਹਦੇ ਕਰਕੇ ਉਹਨਾਂ ਦੇ ਸਟੇਟਸ ਵੀ ਜਿਹੜੇ ਉਹ ਜਾ ਰਹੇ ਹੈਗੇ ਆ, ਤੇ ਉਹਨਾਂ ਦੇ ਲਈ ਵੀ ਇੱਕ ਨਵੀਂ ਅਨਾਉਂਸਮੈਂਟ ਆਈ ਹੈ। ਹਾਂਜੀ, ਜਿਨ੍ਹਾਂ ਨੇ PR ਲਾਈ ਹੋਈ ਸੀਗੀ ਜੀ ਐਪਲੀਕੇਸ਼ਨ ਅਤੇ ਉਹ ਪ੍ਰੋਸੈਸ ਦੇ ਵਿੱਚ, ਜਿਵੇਂ ਹੁਣ ਜਿੰਨੀਆਂ ਵੀ ਐਪਲੀਕੇਸ਼ਨਸ PR ਦੀਆਂ ਇਨਸਾਈਡ ਕੈਨੇਡਾ ਲੱਗੀਆਂ ਹੋਈਆਂ ਜੀ ਉਹ ਸਾਰੀਆਂ ਇੱਕ ਤਰ੍ਹਾਂ ਨਾਲ ਹੋਲਡ ਤੇ ਪਈਆਂ ਜੀ। ਉਹਨਾਂ ਨੂੰ ਬਹੁਤ ਲੌਂਗ ਟਾਈਮ ਹੋ ਗਿਆ। ਜਿਵੇਂ ਬਹੁਤ ਸਾਰੀਆਂ ਐਪਲੀਕੇਸ਼ਨ ਦੀ ਪ੍ਰੋਸੈਸਿੰਗ ਜਿਹੜੀ ਸੀਗੀ ਉਹਨਾਂ ਦੀ ਜੂਨ 'ਚ ਖਤਮ ਹੋ ਚੁੱਕੀ ਆ। ਜਿਵੇਂ 100% ਪ੍ਰੋਸੈਸਿੰਗ ਉਹਨਾਂ ਦੀ ਡਨ ਹੋ ਚੁੱਕੀ ਆ ਬਟ ਉਹ ਸਿਰਫ ਵੀਜ਼ਾ ਦੀ ਵੇਟ ਕਰਦੇ ਪਏ ਸੀ। ਬਟ ਡੂਰਿੰਗ ਦਿਸ ਕੋਵਿਡ ਪੀਰੀਅਡ ਜਿਹੜਾ ਕਿਉਂਕਿ ਬਹੁਤ ਸਾਰੇ ਜਿਹੜੇ ਆਫਿਸਰਸ ਹੈਗੇ ਆ ਫਰੋਮ ਹੋਮ ਕੰਮ ਕਰਦੇ ਪਏ, ਘਰੋਂ ਕੰਮ ਕਰਦੇ ਆ, ਐਂਡ ਉਹ ਜਿਹੜੀਆਂ ਐਪਲੀਕੇਸ਼ਨਸ ਹੈਗੀਆਂ ਇਸ ਵਕਤ ਲੰਬੀਆਂ ਖਿੱਚੀਆਂ ਜਾ ਰਹੀਆਂ ਤੇ ਡੂਰਿੰਗ ਦਿਸ ਟਾਈਮ ਜਿਹੜਾ ਐਪਲੀਕੈਂਟ ਹੁੰਦਾ ਜੀ ਉਹਦਾ ਸਟੇਟਸ ਜਿਹੜਾ ਹੈਗਾ ਐਕਸਪਾਇਰ ਹੋਣ ਦੇ ਨੇੜੇ ਆ ਜਾਂਦਾ ਜੀ। ਕਿਉਂਕਿ ਜੇ ਉਹ ਪਹਿਲਾਂ ਵਰਕ ਪਰਮਿਟ ਤੇ ਸੀਗਾ ਤਾਂ ਉਹਨਾਂ ਦੇ ਵਰਕ ਪਰਮਿਟਸ ਜਿਹੜੇ ਹੈਗੇ ਉਹ ਖਤਮ ਹੋ ਰਹੇ ਆ। ਸੋ ਗਵਰਨਮੈਂਟ ਨੇ ਉਹਨਾਂ ਲਈ ਇੱਕ ਅਨਾਉਂਸਮੈਂਟ ਕੀਤੀ ਹੈ ਕਿ ਉਹ ਆਪਣੇ ਓਪਨ ਵਰਕ ਪਰਮਿਟ ਅਪਲਾਈ ਕਰ ਸਕਦੇ ਆ। ਸੋ ਇਹ ਐਕਚੁਅਲੀ ਪ੍ਰੋਵੀਜ਼ਨ ਪਹਿਲਾਂ ਵੀ ਸੀਗੀ, ਪਰ ਪਹਿਲਾਂ ਕਈ ਵਾਰੀ ਕੀ ਹੁੰਦਾ ਸੀਗਾ ਕਿ ਇਹ ਰਿਫਿਊਜ਼ਲ ਲੱਗ ਜਾਂਦੀ ਸੀਗੀ ਕਿਸੇ ਨਾ ਕਿਸੇ ਰੀਜ਼ਨ ਕਰਕੇ। ਪਰ ਹੁਣ ਜਿੱਥੋਂ ਤੱਕ ਲੱਗਦਾ ਹੈਗਾ ਕਿ ਇਹ ਸਾਰਿਆਂ ਨੂੰ ਅਪਰੂਵਲ ਦੇਣਗੇ ਜੀ
ਜਿੰਨੇ ਵੀ ਜਿਹੜੇ ਐਪਲੀਕੈਂਟਸ ਹੈਗੇ ਉਹ ਵੇਟ ਕਰਦੇ ਪਏ ਆਪਣੀ PR ਦੀਆਂ ਐਪਲੀਕੇਸ਼ਨਸ, ਅਤੇ ਉਹਨਾਂ ਦਾ ਜਿਹੜਾ ਸਟੇਟਸ ਆ ਐਕਸਪਾਇਰ ਹੋ ਚੁੱਕਾ ਹੈ ਜਾਂ ਹੋਣ ਦੇ ਨੇੜੇ ਆ, ਉਹ 31 ਦਸੰਬਰ ਤੋਂ ਪਹਿਲਾਂ ਆਪਣੀਆਂ ਜਿਹੜੀਆਂ ਓਪਨ ਵਰਕ ਪਰਮਿਟ ਦੀਆਂ ਫਾਈਲਸ ਆ ਉਹ ਲਾ ਸਕਦੇ ਆ ਜੀ। 31 ਦਸੰਬਰ ਮੈਂਸ਼ਨ ਕੀਤਾ, 31 ਦਸੰਬਰ ਉਹਨਾਂ ਦੇ ਲਈ ਵੀ ਸੀ ਜਿਹੜੇ ਇੱਥੇ ਵਿਜ਼ਿਟਰ ਆਏ ਹੋਏ ਸੀਗੇ। ਸੋ ਉਹਨਾਂ ਨੂੰ ਕਿਹਾ ਗਿਆ ਸੀ ਕਿ ਤੁਸੀਂ ਵਿਜ਼ਿਟਰ ਹੈਗੇ ਹੋ ਤਾਂ ਤੁਹਾਨੂੰ ਸਟੇਟਸ ਜਿਹੜਾ ਹੈ ਉਹ ਆਨਲਾਈਨ ਤੁਸੀਂ ਵਧਵਾ ਸਕਦੇ ਸੀ, ਤੇ ਤੁਸੀਂ 31 ਦਸੰਬਰ ਤੱਕ ਇੱਥੇ ਕੈਨੇਡਾ ਦੇ ਵਿੱਚ ਰਹਿ ਸਕਦੇ ਸੀ। ਹੁਣ ਕੀ ਉਹਨਾਂ ਦਾ ਸਟੇਟਸ ਜਿਹੜਾ ਹੈ ਉਹ ਰਿਮੇਨ ਰਹੂਗਾ? ਕਿਸ ਤਰ੍ਹਾਂ ਉਹ ਆਪਣੀ ਜਿਹੜਾ ਹੈ ਇੱਥੇ ਰਹਿ ਸਕਦੇ ਆ, ਜਾਂ ਉਹਨਾਂ ਨੂੰ ਕੰਟਰੀ ਲੀਵ ਕਰਨੀ ਪਊਗੀ, ਜਾਂ ਉਹ ਵਰਕ ਪਰਮਿਟ ਅਪਲਾਈ ਕਰ ਸਕਦੇ ਆ? ਬਹੁਤ ਸਾਰੇ ਜਿਹੜੇ ਇੱਥੇ ਵਿਜ਼ਟਰਸ ਆਏ ਹੋਏ ਸੀਗੇ ਜੀ, ਜਾਂ ਜਿਹੜੇ ਵਰਕਰਸ ਸੀਗੇ, ਉਹਨਾਂ ਦਾ ਜਿਹੜਾ ਸਟੇਟਸ ਆ ਉਹਨਾਂ ਨੇ ਲੂਜ਼ ਕਰ ਲਿਆ ਸੀਗਾ। ਉਹਨਾਂ ਦੇ ਲਈ ਲੈਟਸ ਸੇ ਕਿ ਕਿਸੇ ਦਾ ਸਟੇਟਸ ਜਿਹੜਾ ਹੈਗਾ ਅਗਸਤ 'ਚ ਖਤਮ ਹੁੰਦਾ ਹੈਗਾ, ਪਰ ਉਹਨਾਂ ਨੂੰ ਜਿਹੜਾ ਆਪਾਂ ਰੀਸਟੋਰ ਕਰਨ ਲਈ ਅੱਗੇ 90 ਡੇਜ਼ ਮਿਲਦੇ ਸੀਗੇ ਜੀ। ਪਰ ਉਹ ਜਿਹੜਾ 90 ਡੇਜ਼ ਦਾ ਪੀਰੀਅਡ ਵਧਾ ਕੇ ਗਵਰਨਮੈਂਟ ਨੇ ਕੀ ਕਿਹਾ ਕਿ ਤੁਸੀਂ ਦਸੰਬਰ ਤੱਕ ਆਪਣਾ ਜਿਹੜਾ ਹੈਗਾ ਆ ਉਸ ਡੂਰਿੰਗ ਦੈਟ ਪੀਰੀਅਡ ਤੁਸੀਂ ਆਪਣਾ ਸਟੇਟਸ ਰੀਸਟੋਰ ਕਰ ਸਕਦੇ ਆ, ਜਾਂ ਵਿਜ਼ਟਰ ਵੀਜ਼ੇ ਜਿਹੜੀ ਐਪਲੀਕੇਸ਼ਨ ਹੈਗੀ ਉਹਨੂੰ ਰੈਸਟੋਰੇਸ਼ਨ ਦੇ ਨਾਲ ਨਵੇਂ ਸਿਰੋਂ ਪਾ ਸਕਦੇ ਆ 31 ਦਸੰਬਰ ਤੱਕ। ਉਹ ਟਾਈਮ ਵਧਾ ਦਿੱਤਾ ਸੀਗਾ ਜੀ। ਸੋ ਹੁਣ 31 ਦਸੰਬਰ ਨੇੜੇ ਆ ਰਿਹਾ ਜੀ। ਮੈਂ ਸਾਰਿਆਂ ਨੂੰ ਕਹਿਣਾ ਜਿਨ੍ਹਾਂ ਨੇ ਹਜੇ ਵੀ ਸਟੇਟਸ ਰੀਸਟੋਰ ਨਹੀਂ ਕੀਤਾ, ਉਹ ਆਪਣਾ 31 ਦਸੰਬਰ ਤੋਂ ਪਹਿਲਾਂ ਸਟੇਟਸ ਜ਼ਰੂਰ ਰੀਸਟੋਰ ਕਰ ਲੈਣ, ਕਿਉਂਕਿ 31 ਦਸੰਬਰ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਨੇ ਆਊਟ ਆਫ ਸਟੇਟਸ ਹੋ ਜਾਣਾ, ਫਿਰ ਉਹ ਕੋਈ ਹੋਰ ਐਪਲੀਕੇਸ਼ਨ ਨਹੀਂ ਪਾ ਸਕਣਗੇ। ਸੋ ਜਿਨ੍ਹਾਂ ਨੇ ਵੀ ਆਪਣੇ ਆਪ ਨੂੰ ਹਜੇ ਸਟੇਟਸ 'ਚ ਨਹੀਂ ਕੀਤਾ, ਆਪਣਾ ਸਟੇਟਸ ਕਿਸੇ ਕਾਰਨ ਲੂਜ਼ ਕਰ ਚੁੱਕੇ ਆ, ਜਾਂ ਇੱਥੋਂ ਫਲਾਈਟ ਨਹੀਂ ਮਿਲੀ, ਗਏ ਨਹੀਂ ਹੈਗੇ, ਇੱਥੇ ਰਹਿ ਪਏ, ਵੇਟ ਕਰਦੇ ਰਹੇ, ਸੋ ਉਹਨਾਂ ਨੂੰ ਚਾਹੀਦਾ ਹੈ ਕਿ ਹੁਣ ਜਿਹੜੀਆਂ ਆਪਣੀਆਂ ਐਪਲੀਕੇਸ਼ਨ ਰੈਸਟੋਰੇਸ਼ਨ ਆਫ ਸਟੇਟਸ ਦੀਆਂ 31 ਦਸੰਬਰ ਤੋਂ ਪਹਿਲਾਂ ਪਾ ਲੈਣ। ਬਿਲਕੁਲ, ਇਹ ਬਹੁਤ ਜ਼ਰੂਰੀ ਹੈ, ਕਿਉਂਕਿ ਹੁਣ ਛੁੱਟੀਆਂ ਵੀ ਹੋ ਜਾਣੀਆਂ ਕ੍ਰਿਸਮਸ ਦੀਆਂ, ਤਾਂ ਉਦੋਂ ਫਿਰ ਤੁਹਾਨੂੰ ਕੋਈ ਵੀ ਬੈਕ ਰਿਪਲਾਈ ਨਹੀਂ ਆਉਣਾ। ਤੇ ਨਾਲ ਹੁਣ ਜਦੋਂ ਬੈਕ ਰਿਪਲਾਈ ਦੀ ਗੱਲ ਕਰਦੇ ਹਾਂ, ਅਸੀਂ ਬਹੁਤ ਉਡੀਕ ਕਰਦੇ ਹਾਂ ਕਿ ਸਾਡਾ ਹੁਣ ਵੀ ਸਟੇਟਸ ਦਾ ਕੋਈ ਅਪਡੇਟ ਆਊਗੀ, ਜਾਂ ਸਾਨੂੰ ਕੋਈ ਅਪਡੇਟ ਆਊਗੀ ਇਮੀਗ੍ਰੇਸ਼ਨ ਦੇ ਵੱਲੋਂ ਨਾ। ਪਰ ਹੁਣ ਪ੍ਰੋਸੈਸਿੰਗ ਟਾਈਮ ਜਿਹੜਾ ਜਦੋਂ ਅਸੀਂ ਐਪਲੀਕੇਸ਼ਨ ਪਾ ਦਿੰਦੇ ਆ ਉਹ ਬਹੁਤ ਵੱਧ ਚੁੱਕਿਆ। ਕਿੰਨਾ ਕੁ ਵੱਧ ਚੁੱਕਿਆ? ਕੀ ਐਪਲੀਕੇਸ਼ਨਸ ਪ੍ਰੋਸੈਸ ਹੋ ਰਹੀਆਂ? ਦੇਖੋ ਜੀ, ਦੋ ਤਰ੍ਹਾਂ ਦੇ ਪ੍ਰੋਸੈਸਿੰਗ ਟਾਈਮ, ਇੱਕ ਇਨਸਾਈਡ ਇੱਕ ਆਊਟਸਾਈਡ ਆਪਣਾ ਕੈਨੇਡਾ ਦੀ ਗੱਲ ਹੁੰਦੀ ਹੈ ਜੀ। ਪਹਿਲਾਂ ਆਪਾਂ ਇਨਸਾਈਡ ਦੀ ਕਰਦੇ ਹਾਂ। ਜਿਹੜਾ ਇਨਸਾਈਡ ਕੈਨੇਡਾ ਜਿਹੜਾ ਸਟੇਟਸ ਹੈਗਾ ਜੀ, ਜੇਕਰ ਗਵਰਨਮੈਂਟ ਨੇ ਕਿਹਾ ਸੀਗਾ ਕਿ ਜਿਹੜੇ ਬੰਦੇ ਪਹਿਲਾਂ ਵਰਕ ਪਰਮਿਟ ਤੇ ਹੈਗੇ ਆ, ਪਹਿਲਾਂ ਉਹ ਕਿਸੇ ਹੋਰ EMPLOYER ਨਾਲ ਕੰਮ ਕਰਦੇ ਸੀ ਤੇ ਹੁਣ ਉਹ ਕਿਸੇ ਹੋਰ EMPLOYER ਨਾਲ ਕੰਮ ਕਰਨਾ ਚਾਹੁੰਦੇ ਆ, ਉਹ ਵਿਦਆਊਟ ਵੇਟਿੰਗ देयर ਫਾਈਨਲ ਡਿਸੀਜਨ, ਆਪਣਾ ਫਾਈਨਲ ਡਿਸੀਜਨ ਵੇਟ ਕਰਨ ਤੋਂ ਪਹਿਲਾਂ ਉਹ ਇੱਕ ਛੋਟੀ ਜਿਹੀ ਐਪਲੀਕੇਸ਼ਨ ਜਿਹੜੀ ਹੈਗੀ ਹੈ ਪ੍ਰੀ ਅਪਰੂਵਲ ਦੀ ਪਾ ਸਕਦੇ ਹੈਗੇ ਆ, ਜਿਹਦੇ ਨਾਲ ਕਿ ਉਹ ਕੰਮ ਕਰਨਾ ਨਵੇਂ EMPLOYER ਨਾਲ ਸਟਾਰਟ ਕਰ ਸਕਦੇ ਆ। ਉਹ ਤਾਂ ਬੜਾ ਫਾਸਟ ਹੈ ਜੀ, ਉਹਦਾ 2 ਤੋਂ 3 ਵੀਕਾਂ ਦੇ ਵਿੱਚ ਆ ਜਾਂਦਾ ਜੀ। ਪਰ ਜਿਹੜਾ ਐਕਚੁਅਲ ਸਟੇਟਸ ਜਿਹੜਾ ਹੈਗਾ ਜੀ, ਤੁਹਾਨੂੰ ਵਰਕ ਪਰਮਿਟ ਮਿਲਣਾ ਜਾਂ ਸਟੱਡੀ ਪਰਮਿਟ ਨਵਾਂ ਮਿਲਣਾ ਜੀ, ਉਹਦਾ ਜਿਹੜਾ ਇਸ ਵਕਤ ਪ੍ਰੋਸੈਸਿੰਗ ਟਾਈਮ ਹੈਗਾ ਉਹ 2.5 ਤੋਂ 3 ਮਹੀਨੇ ਇਨਸਾਈਡ ਕੈਨੇਡਾ ਲੱਗ ਰਿਹਾ ਜੀ। ਹੁਣ ਆਪਾਂ ਜੇ ਗੱਲ ਕਰੀਏ ਬਾਹਰੋਂ ਜੀ ਐਪਲੀਕੇਸ਼ਨ ਦੀ, ਤਾਂ ਟੈਂਪਰੇਰੀ ਸਟੇਟਸ ਜਿਵੇਂ ਵਰਕ ਪਰਮਿਟ ਹੈ ਜੀ, ਜਾਂ ਵਿਜ਼ਟਰ ਵੀਜ਼ਾ ਆ, ਉਹਦਾ ਟਾਈਮ ਬਹੁਤ ਵੱਧ ਚੁੱਕਾ ਜੀ। ਉਹਦਾ ਇੰਡੀਆ ਦੇ ਵਿੱਚ ਜਿਹੜਾ ਐਪਲੀਕੇਸ਼ਨ ਟਾਈਮ ਹੈ ਇਸ ਵਕਤ, ਪ੍ਰੋਸੈਸਿੰਗ ਦਾ ਟਾਈਮ ਹੈਗਾ ਜੀ, ਉਹ 6 to 8 ਮੰਥ ਹੋ ਗਿਆ ਜੀ ਕਰੰਟਲੀ। ਸੋ ਜੇ ਮੈਂ ਵਿਜ਼ਟਰ ਵੀਜ਼ੇ ਦੀ ਗੱਲ ਕਰਾਂ ਤਾਂ 10 ਮਹੀਨੇ ਹੈ ਜੀ। ਸੋ ਉਹਦਾ ਇੱਕ ਰੀਜ਼ਨ ਹੈ ਜੀ ਕਿ ਜਿਹੜੀਆਂ ਪਹਿਲਾਂ ਐਪਲੀਕੇਸ਼ਨਸ ਪਾਈਆਂ ਗਈਆਂ ਸੀਗੀਆਂ ਉਹ ਡੂਰਿੰਗ ਪੈਂਡੈਮਿਕ ਉਹ ਸਾਰੀਆਂ ਪਾਇਲ ਅਪ ਹੋਈ ਗਈਆਂ, ਐਂਡ ਕਾਉਂਸਲੇਟ ਬੰਦ ਸੀਗਾ ਜੀ। VFS ਆਫਿਸ ਨੇ ਹਜੇ ਵੀ ਪ੍ਰੋਪਰਲੀ ਕੰਮ ਕਰਨਾ ਸ਼ੁਰੂ ਨਹੀਂ ਕੀਤਾ। ਸੋ ਉਹ ਸਾਰੀਆਂ ਐਪਲੀਕੇਸ਼ਨ ਪਾਇਲ ਅਪ ਹੋ ਗਈਆਂ, ਐਂਡ ਟਨਸ ਆਫ ਐਪਲੀਕੇਸ਼ਨ ਉੱਥੇ ਗਈਆਂ ਹੋਈਆਂ ਜੀ। ਉਹ ਸਾਰੀਆਂ ਇੱਕ ਤਰ੍ਹਾਂ ਨਾਲ ਡਿਲੇ ਹੋ ਗਈਆਂ ਜੀ। ਹੁਣ ਜਿੰਨੀ ਦੇਰ ਤੱਕ ਉਹ ਪਾਇਲ ਅਪ ਹੋਈਆਂ ਐਪਲੀਕੇਸ਼ਨ ਪ੍ਰੋਸੈਸ ਨਹੀਂ ਹੋਣਗੀਆਂ, ਅੰਦਰ ਨਵੀਆਂ ਐਪਲੀਕੇਸ਼ਨ ਕਿਊ ਵਾਈਜ਼ ਲੱਗੀਆਂ ਹੋਈਆਂ ਜੀ ਸਾਰੀਆਂ। ਸੋ ਟਾਈਮ ਲੱਗਣਾ ਜੀ। ਹੁਣ ਨਵੀਂ ਐਪਲੀਕੇਸ਼ਨ ਲਈਆਂ ਜਾ ਰਹੀਆਂ, ਹਾਲਾਂਕਿ ਇੱਥੇ ਟੂਰਿਜ਼ਮ ਬੰਦ ਹੈਗਾ, ਟੂਰਿਜ਼ਮ ਇੰਡਸਟਰੀ ਬੰਦ ਹੈਗੀ ਹੈ, ਪਰ ਸਟਿਲ ਜਿਹੜੀਆਂ ਐਪਲੀਕੇਸ਼ਨ ਜਾ ਰਹੀਆਂ, ਐਪਲੀਕੇਸ਼ਨ ਜਾਈ ਜਾਂਦੀਆਂ ਜੀ। ਐਪਲੀਕੇਸ਼ਨ ਇਸ ਆਸ 'ਚ ਜਾਈ ਜਾਂਦੀਆਂ ਕਿ ਕਦੋਂ ਇਹ ਲਾਕਡਾਊਨ ਖੁੱਲੂਗਾ ਜੀ, ਜਿਵੇਂ ਜਿਹੜਾ ਪੈਂਡੈਮਿਕ ਹੈ ਖਤਮ ਹੋਵੇ, ਤੇ ਨਾਲ ਦੀ ਨਾਲ ਜਿਹੜਾ ਨਵੇਂ ਸਿਰੋਂ ਜਿਵੇਂ ਪਹਿਲਾਂ ਆਮ ਦੀ ਤਰ੍ਹਾਂ ਐਪਲੀਕੇਸ਼ਨਾਂ ਪ੍ਰੋਸੈਸ ਹੁੰਦੀਆਂ ਸੀ ਉਵੇਂ ਹੋਣ ਲੱਗ ਜਾਣਗੀਆਂ। ਪਰ ਮੈਨੂੰ ਲੱਗਦਾ ਹਜੇ ਵੀ ਇਹਦੇ 6 ਮੰਥ ਲੱਗ ਜਾਣੇ ਆ ਜੀ, ਟਾਈਮ ਲੱਗੂਗਾ ਜੀ ਇਹ। ਬਿਲਕੁਲ, ਕਿਉਂਕਿ ਵੈਕਸੀਨ ਆ ਗਈ ਹੈ, ਪਰ ਹਜੇ ਵੀ ਜਿਹੜਾ ਹੈ ਸਾਨੂੰ ਸੈਪਟੰਬਰ ਤੱਕ ਕਿਹਾ ਜਾ ਰਿਹਾ ਹੈ ਕਿ ਸੈਪਟੰਬਰ ਤੱਕ ਜਿਹੜੇ ਆਮ ਲੋਕਾਂ ਨੂੰ ਉਹ ਵੈਕਸੀਨ ਲੱਗਣੀ ਸ਼ੁਰੂ ਹੋ ਜਾਏ। ਹਾਂਜੀ, ਈਵਨ ਆਫਟਰ ਵੈਕਸੀਨ ਜਿਹੜੇ ਮੈਂ ਕਹੂੰਗਾ ਕਿ ਜਿਹੜੇ ਇਮੀਗ੍ਰੇਸ਼ਨ ਦੇ ਉੱਪਰ ਇਹਦੇ ਪ੍ਰਭਾਵ ਹਜੇ ਰਹਿਣਗੇ ਜੀ। ਇਮੀਗ੍ਰੇਸ਼ਨ ਦੇ ਐਟ ਲੀਸਟ ਮੈਨੂੰ ਲੱਗਦਾ 1 ਈਅਰ ਇਹਦੇ ਆਫਟਰ ਵੈਕਸੀਨ ਵੀ, ਜਿੰਨੀ ਦੇਰ ਤੱਕ ਸੈਪਟੈਂਬਰ 2021 ਤੱਕ ਜਿਵੇਂ ਆਨਰੇਬਲ ਪ੍ਰਾਈਮ ਮਿਨਿਸਟਰ ਨੇ ਕਿਹਾ ਕਿ ਸਾਰਿਆਂ ਨੂੰ ਵੈਕਸੀਨ ਲੱਗ ਜਾਣੀ ਹੈ, ਪਰ ਮੈਨੂੰ ਲੱਗਦਾ ਕਿ ਸੈਪਟੈਂਬਰ 2022 ਤੱਕ ਜਿਹੜਾ ਇਮੀਗ੍ਰੇਸ਼ਨ ਤੇ ਇਹਦਾ ਇਫੈਕਟ ਰਹਿਣਾ ਜੀ, ਕਿਉਂਕਿ ਇੰਨੀ ਜਲਦੀ ਇਮੀਗ੍ਰੇਸ਼ਨ
ਪ੍ਰੋਪਰਲੀ ਓਪਨ ਨਹੀਂ ਹੋਊਗੀ ਜੀ, ਜਿਵੇਂ ਪਹਿਲਾਂ ਅਸੀਂ ਆਮ ਦੀ ਤਰ੍ਹਾਂ ਕੰਮ ਨਹੀਂ ਕਰਨਾ ਸ਼ੁਰੂ ਕਰੂਗੇ। ਸਾਨੂੰ ਕਨਫਿਊਜ਼ਨ ਰਹਿੰਦੀ ਹੈ ਮਿਸਟਰ ਸਿੱਧੂ ਕਿ ਕੌਣ ਆ ਰਿਹਾ ਕੈਨੇਡਾ ਦੇ ਵਿੱਚ, ਕੌਣ ਨਹੀਂ ਆ ਰਿਹਾ। ਕਈ ਵਾਰ ਅਸੀਂ ਸੋਚਦੇ ਹਾਂ ਕਿ ਇਹ ਤਾਂ ਵਰਕ ਪਰਮਿਟ ਤੇ ਆ ਜਾਂ ਇਹ ਵਿਜ਼ਿਟਰ ਹੈ, ਇਹ ਕਿਸ ਤਰ੍ਹਾਂ ਆ ਗਏ। ਸੋ ਉਹ ਕਈ ਲੋਕ ਜਿਹੜੇ ਕੈਨੇਡਾ ਦੇ ਵਿੱਚ ਆ ਰਹੇ ਆ, ਸਟੂਡੈਂਟ ਵੀ ਬਹੁਤੇ ਆ ਰਹੇ ਆ ਜਿਨ੍ਹਾਂ ਦੀ ਕਾਲਜ ਕਹਿੰਦੇ ਆ ਕਿ ਸਾਨੂੰ ਸਟੱਡੀ ਜਿਹੜੀ ਹੈ ਇੱਥੇ ਆ ਕੇ ਹੀ ਕਰਨੀ ਚਾਹੀਦੀ ਹੈ। ਹੁਣ ਜਿਹੜੇ ਸਟੂਡੈਂਟ ਆ ਉਹਨਾਂ ਦੀਆਂ ਐਪਲੀਕੇਸ਼ਨਸ ਵੀ 2-3 ਮਹੀਨੇ ਲੱਗ ਰਹੇ ਆ ਪ੍ਰੋਸੈਸ ਹੋਣ ਤੇ। ਹਾਂਜੀ, ਜਿਹੜੇ ਕਾਲਜਸ ਨੇ ਕਿਹਾ ਕਿ ਅਸੀਂ ਆਪਣੇ ਆਪ ਨੂੰ ਰੈਡੀ ਕਰ ਲਿਆ ਹੈਗਾ ਹੈ ਪੈਂਡੈਮਿਕ ਦੇ ਲਈ, ਅਤੇ ਉਹਨਾਂ ਨੇ ਆਪਣੀ ਸਰਟੀਫਿਕੇਸ਼ਨ ਜਿਹੜੀ ਪੂਰੀ ਕਰ ਲਈ ਹੈਗੀ ਹੈ ਕਿ ਸਾਡੇ ਕੈਂਪਸ ਜਿਹੜੇ ਹੈਗੇ ਆ ਉਹ ਕੋਵਿਡ ਫ੍ਰੀ এনवायरमेंट ਅਸੀਂ ਤਿਆਰ ਕਰ ਲਿਆ ਹੈਗਾ ਜੀ, ਉਹੀ ਸਿਰਫ ਕਾਲਜਸ ਦੇ ਜਿਹੜੇ ਸਟੂਡੈਂਟਸ ਆ ਰਹੇ ਆ। ਬਾਕੀ ਜਿਵੇਂ ਤੁਸੀਂ ਕਿਹਾ ਕਿ ਕੁਝ ਕਰਿਕੂਲਮ ਦਾ ਪਾਰਟ ਹੁੰਦਾ ਆ, ਹਿੱਸਾ ਹੁੰਦਾ ਆ ਕਿ ਉਹ ਆ ਕੇ ਇੱਥੇ ਹੀ ਪੂਰਾ ਕੀਤਾ ਜਾ ਸਕਦਾ ਜੀ ਸਟੂਡੈਂਟ ਵੱਲੋਂ। ਉਹ ਇੰਡੀਆ ਦੇ ਵਿੱਚ ਪ੍ਰੈਕਟੀਕਮ ਜਾਂ ਉਹ ਪ੍ਰੈਕਟੀਕਲਸ ਨਹੀਂ ਹੋ ਸਕਦੇ, ਉਹ ਐਕਸਪੈਰੀਮੈਂਟਸ ਨਹੀਂ ਹੋ ਸਕਦੇ, ਤਾਂ ਉਹਨਾਂ ਨੇ ਲੈਬਸ ਯੂਜ਼ ਕਰਨੀਆਂ ਇੱਥੇ ਆ ਕੇ ਜੀ। ਤਾਂ ਉਹਨਾਂ ਨੂੰ ਸਟੂਡੈਂਟਸ ਨੂੰ ਅਲਾਉ ਕੀਤਾ ਗਿਆ ਕਿ ਉਹ ਆ ਕੇ ਇੱਥੇ ਵੀਜ਼ਾ ਲੈ ਕੇ ਆ ਸਕਦੇ ਆ। ਸੋ ਜਿਹੜਾ ਤੁਸੀਂ ਕਹਿੰਦੇ ਪਏ ਆ ਕਿ ਵਰਕ ਪਰਮਿਟਸ ਦੇ ਬਾਰੇ ਜੀ, ਵਰਕ ਪਰਮਿਟ ਵਾਲੇ ਜਿਹੜੇ ਸਟੂਡੈਂਟਸ ਹੈਗੇ ਆ ਉਹਨਾਂ ਨੂੰ ਵੀ ਇੱਥੇ ਅਲਾਉ ਕੀਤਾ, ਵਰਕ ਪਰਮਿਟ ਵਾਲੇ ਜਿਹੜੇ ਵਰਕਰਸ ਹੈਗੇ ਉਹਨਾਂ ਨੂੰ ਅਲਾਉ ਕੀਤਾ ਗਿਆ ਹੈ ਜਿਹੜੇ ਐਸੈਂਸ਼ੀਅਲ ਵਰਕਰਸ ਦੇ ਵਿੱਚ ਆਉਂਦੇ ਹੈਗੇ ਆ। ਕੁਛ ਜਿਹੜੇ ਹੈਗੇ ਜੀ ਐਸੈਂਸ਼ੀਅਲ ਵਰਕਰਸ 'ਚ ਨਹੀਂ ਵੀ ਆਉਂਦੇ, ਜਿਵੇਂ ਕੁਛ ਕੰਸਟਰਕਸ਼ਨ ਦੇ ਰਿਲੇਟਡ ਆਕੂਪੇਸ਼ਨਸ ਹੈਗੇ ਆ, ਉਹਨਾਂ ਨੂੰ ਸਿਰਫ ਆਪਣੇ EMPLOYER ਤੋਂ ਇੱਕ ਨਵੀਂ ਲੈਟਰ ਲੈਣੀ ਪੈਂਦੀ ਹੈ ਕਿ ਮੇਰੇ ਲਈ ਵਰਕ ਅਵੇਲੇਬਲ ਹੈਗਾ, ਜਾਂ ਜਿਹੜਾ EMPLOYER ਆ ਉਹ ਇਹ ਪ੍ਰੂਵ ਕਰਦਾ ਹੈ ਕਿ ਮੇਰੇ ਕੋਲ ਆਉਣ ਵਾਲੇ 1 ਸਾਲ ਜਾਂ 2 ਸਾਲ ਇਸ ਵਰਕਰ ਜਿਹੜਾ ਨਵਾਂ ਵਰਕਰ ਆ ਰਿਹਾ ਉਹਦੇ ਲਈ ਮੇਰੇ ਕੋਲ ਵਰਕ ਹੈਗਾ ਆ। ਤਾਂ ਉਹ ਇੱਕ ਨਵੀਂ ਅੱਜ ਦੀ ਡੇਟ 'ਚ ਨਿਊ ਜੌਬ ਲੈਟਰ ਜਿਹੜੀ ਹੈਗੀ ਉਹ ਆਫਿਸਰ ਪੋਰਟ ਆਫ ਐਂਟਰੀ ਤੇ ਮੰਗ ਸਕਦਾ ਹੈ, ਜਿਹੜੀ ਕਿ EMPLOYER ਵੱਲੋਂ ਪ੍ਰੋਵਾਈਡ ਕੀਤੀ ਜਾਂਦੀ ਹੈ। ਸੋ ਜਿਹੜੀਆਂ ਐਪਲੀਕੇਸ਼ਨਸ ਫੈਬਰੂਅਰੀ ਜਾਂ ਜਨਵਰੀ ਜਾਂ ਮਾਰਚ ਦੇ ਵਿੱਚ ਲੱਗੀਆਂ ਸੀ, ਉਹਨਾਂ ਨੂੰ ਵੀਜ਼ਾਸ ਅਪਰੂਵ ਹੋ ਰਹੇ ਆ ਜੀ ਇਸ ਵਕਤ। ਐਂਡ ਜਿੰਨੇ ਵਰਕਰਸ ਨੂੰ ਵੀਜ਼ਾ ਲੱਗ ਰਹੇ ਆ ਜੀ ਉਹ ਸਾਰੇ ਕਰੰਟਲੀ ਆ ਰਹੇ ਹੈਗੇ ਆ। ਉਹ ਡੈਫੀਨੇਟਲੀ ਜਿਵੇਂ ਪਹਿਲਾਂ 14 ਦਿਨਾਂ ਦਾ ਕੁਆਰੰਟਾਈਨ ਪਲਾਨ ਹੈ ਜਿਹੜਾ ਤੁਹਾਨੂੰ ਐਡਰੈਸ ਦੇਣਾ ਪੈਂਦਾ ਹੈਗਾ ਆ, ਉਹ ਸਾਰਾ ਉਹਨਾਂ ਨੂੰ ਦੇਣਾ ਪੈਂਦਾ ਜੀ, ਪ੍ਰੋਵਾਈਡ ਕਰਨਾ ਪੈਂਦਾ। ਜਿਹੜੀ ਕੈਨ ਐਪ ਹੈਗੀ ਆ ਤੁਹਾਨੂੰ ਉਹਦੇ ਥਰੂ ਵੀ ਤੁਹਾਨੂੰ ਰਜਿਸਟਰ ਕਰਨਾ ਪੈਂਦਾ ਅਰਾਈਵ ਕੈਨ ਤੇ, ਫਿਰ ਤੁਸੀਂ ਇੱਥੇ ਕੈਨੇਡਾ ਦੇ ਅਰਾਈਵ ਕੈਨ ਐਪ ਜਿਹੜੀ ਹੈਗੀ ਜੀ ਉਹਦੇ ਤੁਹਾਨੂੰ ਆਪਣੇ ਨੂੰ ਰਜਿਸਟਰ ਕਰਕੇ 14 ਦਿਨ ਦਾ ਕੁਆਰੰਟਾਈਨ ਪਲਾਨ, ਉਹਦੇ ਤੇ ਤੁਹਾਨੂੰ ਆਪਣੀ ਇਨਫੋਰਮੇਸ਼ਨ ਦੇਣੀ ਪੈਂਦੀ ਹੈ, ਐਡਰੈਸ ਦੇਣਾ ਪੈਂਦਾ, ਕਿੱਥੇ ਰਹਿਣਾ ਹੈ, ਉਹ ਸਾਰਾ ਉੱਥੇ ਫਿਲ ਕਰਕੇ ਤੁਸੀਂ ਅਪਰੂਵਲ ਲੈ ਕੇ ਆ ਸਕਦੇ ਆ ਜੀ। ਕਹਿ ਸਕਦੇ ਹਾਂ ਕਿ ਅਲਬਰਟਾ ਤੋਂ ਬਿਨਾਂ ਟੈਂਪਰੇਰੀ ਫੋਰਨ ਵਰਕਰ ਜਿਹੜੇ ਉਹ ਆ ਰਹੇ ਆ ਕੈਨੇਡਾ ਦੇ, ਆ ਰਹੇ ਆ ਜੀ। ਜਿਹੜੀਆਂ ਐਪਲੀਕੇਸ਼ਨਸ ਅਲਬਰਟਾ 'ਚ ਵੀ ਪਹਿਲਾਂ ਦੀਆਂ ਲੱਗੀਆਂ ਸੀਗੀਆਂ ਜੀ, ਜਿਨ੍ਹਾਂ ਦੀਆਂ ਪਹਿਲਾਂ ਦੀਆਂ ਐਪਲੀਕੇਸ਼ਨਸ ਲੱਗੀਆਂ ਹੋਈਆਂ ਸੀ ਉਹਨਾਂ ਨੂੰ ਤਾਂ ਗਵਰਨਮੈਂਟ ਬੈਕ ਨਹੀਂ ਲੈ ਸਕਦੀ। ਜਿਵੇਂ ਲੈਟਸ ਸੇ ਕੋਈ ਟਰੱਕ ਡਰਾਈਵਰ ਸੀਗਾ ਜੀ, ਕਿਸੇ ਕੰਪਨੀ ਨੇ ਪਾਏ ਹੋਏ ਸੀ, ਉਹ ਵੀ ਅਲਬਰਟਾ 'ਚ ਆ ਰਹੇ ਆ ਜੀ ਹੁਣ। ਹਾਂਜੀ, ਪਰ ਜਿਹੜੀ ਨਵੀਆਂ ਐਪਲੀਕੇਸ਼ਨ ਨਹੀਂ ਲਈਆਂ ਜਾ ਰਹੀਆਂ ਜੀ, LMIAs ਨਹੀਂ ਅਪਰੂਵ ਹੋ ਰਹੀਆਂ। ਅੱਛਾ, ਤੁਸੀਂ ਪ੍ਰੋਸੈਸਿੰਗ ਟਾਈਮ ਦੀ ਤਾਂ ਗੱਲ ਕੀਤੀ ਹੈ, ਪਰ ਹੁਣ ਰਿਫਿਊਜ਼ਲ ਰੇਟ ਕਿੰਨਾ ਕੁ ਹੈ ਇਸ ਕੋਵਿਡ ਦੇ ਦਰਮਿਆਨ? ਪ੍ਰੋਸੈਸਿੰਗ ਹੀ ਜ਼ਿਆਦਾ ਨਹੀਂ ਹੋ ਰਹੀ ਜੀ। ਸੋ ਜਿੰਨੀ ਕੁ ਪ੍ਰੋਸੈਸਿੰਗ ਹੋਣੀ ਹੈ ਜੀ ਉਹਦੇ ਅਕੋਰਡਿੰਗ ਹੀ ਰਿਫਿਊਜ਼ਲ ਰੇਟ ਹੁੰਦੀ ਹੈ ਜੀ। ਰਿਫਿਊਜ਼ਲ ਦਾ ਰੇਟ ਜਿਹੜਾ ਹੈਗਾ ਜੀ ਉਹ ਪਹਿਲਾਂ ਨਾਲੋਂ ਐਵੇਂ ਕਹੀਏ ਘਟਿਆ ਹੈ ਜੀ, ਕਾਫੀ ਘਟਿਆ ਹੈ, ਕਿਉਂਕਿ ਜਿਹੜੇ ਹੁਣ ਪ੍ਰੋਸੈਸ ਹੀ ਐਪਲੀਕੇਸ਼ਨਸ ਉਹ ਕਰ ਰਹੇ ਜਿਹੜੇ ਐਸੈਂਸ਼ੀਅਲ ਵਰਕਰਸ ਆ, ਜਿਵੇਂ ਟਰੱਕ ਡਰਾਈਵਰਸ ਹੈਗੇ ਆ ਜੀ, ਜਾਂ ਫਾਰਮ ਵਰਕਰ ਹੈਗੇ ਆ, ਜਾਂ ਕੁਝ ਹੈਲਥ ਰਿਲੇਟਡ ਨੈਨੀਜ਼ ਦੀਆਂ ਐਪਲੀਕੇਸ਼ਨਸ ਹੈਗੀਆਂ ਜੀ। ਸੋ ਉਵੇਂ ਦੀਆਂ ਐਪਲੀਕੇਸ਼ਨਸ ਆ, ਜੇਕਰ ਐਲੀਜੀਬਲ ਐਪਲੀਕੈਂਟ ਹੈਗਾ ਆ ਤਾਂ ਸਾਰਾ ਰਿਕੁਆਇਰਮੈਂਟ ਕ੍ਰਾਈਟੇਰੀਆ ਪੂਰਾ ਕਰਦਾ ਆ, ਤੇ ਉਧਰੋਂ ਜਿਹੜਾ EMPLOYER ਜਿਹੜਾ ਹੈਗਾ ਉਹ ਆਪਣਾ ਐਲੀਜੀਬਿਲਟੀ ਕ੍ਰਾਈਟੇਰੀਆ ਪੂਰਾ ਕਰਦਾ ਹੈ, ਤਾਂ ਐਪਲੀਕੇਸ਼ਨ ਛੇਤੀ ਰਿਫਿਊਜ਼ ਨਹੀਂ ਹੁੰਦੀ, ਅਪਰੂਵ ਹੋ ਜਾਂਦੀ ਹੈ ਜੀ। ਇਸ ਤੋਂ ਪਹਿਲਾਂ ਦੀ ਜੇ ਗੱਲ ਕਰੀਏ, ਜੇ ਹੁਣ ਅਸੀਂ 2020 ਨੂੰ ਕੱਢ ਦਈਏ ਇਮੀਗ੍ਰੇਸ਼ਨ ਸਿਸਟਮ ਦੇ ਵਿੱਚੋਂ ਤੇ 2019-18 ਦੀ ਗੱਲ ਕਰੀਏ, ਰਿਫਿਊਜ਼ਲ ਬਹੁਤ ਸੀਗੀਆਂ। ਹੁਣ ਜਦੋਂ ਕਿਸੇ ਵੀ ਐਪਲੀਕੇਸ਼ਨ ਤੇ ਰਿਫਿਊਜ਼ਲ ਲੱਗ ਜਾਂਦੀ ਹੈ ਤਾਂ ਉਹ ਕਿੰਨੀ ਕੁ ਵਾਰ ਲੱਗ ਸਕਦੀ ਹੈ? ਕਿ ਵਾਰ-ਵਾਰ ਸਾਨੂੰ ਰਿਫਿਊਜ਼ਲ ਦਾ ਸਾਹਮਣਾ ਕਈ ਵਾਰ ਹੁੰਦਾ ਕਿ ਸਾਨੂੰ ਇੱਕ ਵਾਰ ਸਾਡੀ ਐਪਲੀਕੇਸ਼ਨ ਰਿਫਿਊਜ਼ ਹੋ ਗਈ ਹੈ, ਅਸੀਂ ਕਈ ਵਾਰ ਹੁੰਦਾ ਕਿ ਨਹੀਂ ਥੋੜੀ ਬਹੁਤ ਗਲਤੀ ਹੁੰਦੀ, ਅਸੀਂ ਫਿਰ ਦੁਬਾਰਾ ਤੋਂ ਅਪਲਾਈ ਕਰ ਦਿੰਦੇ ਹਾਂ, ਫਿਰ ਰਿਫਿਊਜ਼ਲ ਲੱਗ ਕੇ ਆ ਜਾਂਦੀ ਹੈ। ਕਿੰਨੇ ਟਾਈਮ ਤੱਕ ਅਸੀਂ ਐਪਲੀਕੇਸ਼ਨ ਅਪਲਾਈ ਕਰ ਸਕਦੇ ਹਾਂ? ਸਭ ਤੋਂ ਪਹਿਲਾਂ ਤਾਂ ਦੇਖੋ, ਐਪਲੀਕੇਸ਼ਨ ਅਪਲਾਈ ਕਰਨ ਦੇ ਉੱਪਰ ਕੋਈ ਰੈਸਟ੍ਰਿਕਸ਼ਨ ਨਹੀਂ ਹੈਗੀ, ਚਾਹੇ ਜੇ ਕੋਈ ਬੰਦਾ 10 ਵਾਰੀ ਕਰਨਾ ਚਾਹੁੰਦਾ ਉਹ 10 ਵਾਰੀ ਕਰ ਸਕਦਾ ਹੈ। ਪਰ ਮੋਸਟਲੀ ਕੀ ਹੁੰਦਾ ਕਿ ਐਪਲੀਕੇਸ਼ਨ ਜਾਂ ਰਿਫਿਊਜ਼ ਹੁੰਦੀਆਂ ਹੈਗੀਆਂ, ਉਹਦਾ ਕਾਰਨ ਹੁੰਦਾ ਕਿ ਜਿਹੜਾ ਐਪਲੀਕੈਂਟ ਹੁੰਦਾ ਆ ਉਹਨੂੰ ਐਕਚੁਅਲ ਰੀਜ਼ਨ ਦਾ ਇਹੀ ਪਤਾ ਨਹੀਂ ਹੁੰਦਾ ਜੀ, ਉਹ ਐਪਲੀਕੇਸ਼ਨ ਬਾਰ-ਬਾਰ ਲਾਈ ਜਾਂਦੇ ਆ ਜੀ, ਉੱਤੇ ਦੀ ਉੱਤੇ ਐਪਲੀਕੇਸ਼ਨਸ ਫਾਈਲ ਕਰੀ ਜਾਂਦੇ ਆ। ਸੋ ਮੈਂ ਇੱਥੇ ਇੱਕ ਸੁਜੈਸ਼ਨ ਦੇਣੀ ਚਾਹੂੰਗਾ ਕਿ ਜਿੰਨੇ ਵੀ ਐਪਲੀਕੈਂਟਸ ਜਿਨ੍ਹਾਂ ਦੀ ਐਪਲੀਕੇਸ਼ਨ ਬਾਰ-ਬਾਰ ਰਿਫਿਊਜ਼ ਹੋ ਰਹੀਆਂ, ਜਿਹੜੀ ਪਹਿਲੀ ਐਪਲੀਕੇਸ਼ਨ ਲਾਈ ਗਈ ਸੀਗੀ ਉਸ ਤੋਂ ਬਾਅਦ ਹੀ ਤੁਹਾਨੂੰ ਆਪਣੇ GCMS ਨੋਟਸ ਜਿਹੜੇ ਪਾ ਲੈਣੇ ਚਾਹੀਦੇ ਆ, ਕਿਉਂਕਿ ਜਿਹੜੇ GCMS ਨੋਟਸ ਹੈਗੇ ਆ ਜੀ ਉਹਨਾਂ ਦੇ ਵਿੱਚ ਆਫਿਸਰ ਰੀਅਲ ਰੀਜ਼ਨਸ ਦੱਸਦਾ ਆ ਕਿ ਕੀ ਐਕਚੁਅਲ ਰੀਜ਼ਨ ਸੀਗੇ ਐਪਲੀਕੇਸ਼ਨ ਰਿਫਿਊਜ਼ ਹੋਣ ਦੇ। ਜਿਵੇਂ ਇੱਕ ਸਟੈਂਡਰਡ ਲੈਟਰ ਹੈਗੀ ਜਿਹੜੀ ਰਿਫਿਊਜ਼ਲ ਦੀ ਜੀ, ਜਿਹੜੀ ਉਹ ਸਿਰਫ 2 ਜਾਂ 3 ਰੀਜ਼ਨ ਮਾਰਕ ਕਰਕੇ ਜਿਹੜਾ ਵੀਜ਼ਾ ਆਫਿਸਰ ਤੁਹਾਨੂੰ ਭੇਜ ਦਿੰਦਾ ਆ, ਉਹਦੇ ਵਿੱਚ ਐਕਚੁਅਲ ਰੀਜ਼ਨ ਕਈ ਵਾਰੀ ਨਹੀਂ ਦੱਸੇ ਜਾਂਦੇ। ਮੋਸਟ ਆਫ ਦਾ ਟਾਈਮ ਜਿਹੜੇ ਐਕਚੁਅਲ ਰੀਜ਼ਨ ਹੈਗੇ ਆ ਉਹ ਆਫਿਸਰ ਆਪਣੀ ਸਟੇਟਮੈਂਟ ਦੇ ਵਿੱਚ ਲਿਖਦਾ ਆ, ਆਪਣੇ ਰੀਮਾਰਕਸ ਦਿੰਦਾ ਹੈ। ਸਾਰੀ ਐਪਲੀਕੇਸ਼ਨ ਜਦੋਂ ਪ੍ਰੋਸੈਸ ਹੋ ਜਾਂਦੀ ਹੈ ਤਾਂ ਵੀਜ਼ਾ ਆਫਿਸਰ ਦੇ ਕੋਲ ਜੇ ਉਹ ਐਪਲੀਕੇਸ਼ਨ ਪ੍ਰੋਸੈਸ ਕਰਦਾ ਆ, ਆਈ ਮੀਨ ਜੇ ਵੀਜ਼ਾ ਦਿੰਦਾ ਆ
ਤਾਂ ਵੀ ਉਹਨੂੰ ਆਪਣੇ ਰੀਮਾਰਕਸ ਛੱਡਣੇ ਪੈਂਦੇ ਆ ਕਿ ਉਹ ਵੀਜ਼ਾ ਕਿਉਂ ਦੇ ਰਿਹਾ ਜੀ। ਜੇ ਵੀਜ਼ਾ ਰਿਫਿਊਜ਼ ਕਰਦਾ ਤਾਂ ਵੀ ਉਹ ਆਪਣੇ ਰੀਮਾਰਕਸ ਲਿਖਦਾ ਆ ਕਿ ਉਹ ਵੀਜ਼ਾ ਕਿਉਂ ਰਿਫਿਊਜ਼ ਕਰ ਰਿਹਾ। ਸੋ ਜਿਹੜੀ ਉਹ GCMS ਨੋਟਸ ਦੀ ਟੋਟਲ ਰਿਪੋਰਟ ਹੁੰਦੀ ਹੈ ਜੀ, ਕੰਪਲੀਟ ਰਿਪੋਰਟ ਹੈਗੀ ਆ, ਉਹ ਜ਼ਰੂਰ ਕਢਵਾ ਲੈਣੀ ਚਾਹੀਦੀ ਹੈ ਜੇ ਤੁਹਾਡੀ 1 ਜਾਂ 2 ਵਾਰੀ ਰਿਫਿਊਜ਼ਲ ਲੱਗ ਗਈ ਹੈ ਕਿ ਤੁਹਾਡੇ ਐਕਚੁਅਲ ਰੀਜ਼ਨ ਕੀ ਬਣ ਰਹੇ ਹੈਗੇ ਆ। ਸੋ ਫਿਰ ਹੀ ਤੁਸੀਂ ਨੈਕਸਟ ਐਪਲੀਕੇਸ਼ਨ ਪਾਓ। ਕਈ ਵਾਰੀ ਬਿਨਾਂ ਅਸਲੀ ਰੀਜ਼ਨ ਜਾਣਿਆ ਜਦੋਂ ਤੁਸੀਂ ਉੱਪਰ ਦੀ ਉੱਪਰ ਐਪਲੀਕੇਸ਼ਨ ਪਾਉਂਦੇ ਰਹਿੰਦੇ ਆ ਤਾਂ ਉਹ ਰਿਫਿਊਜ਼ਲ ਨੈਚੁਰਲ ਗੱਲ ਹੈ ਜੀ, ਉਹ ਲੱਗੀ ਜਾਣੀ ਹੈ ਜੀ। ਤੁਹਾਡੀ ਹਿਸਟਰੀ ਤੇ ਕਿੰਨਾ ਕੁ ਅਸਰ ਪੈਂਦਾ ਜੇ ਤੁਹਾਨੂੰ 1 2 ਜਾਂ 2 ਤੋਂ ਵੱਧ ਵਾਰ ਰਿਫਿਊਜ਼ਲ ਲੱਗ ਜਾਏ? ਪੈਂਦਾ ਜੀ, ਬਿਲਕੁਲ ਪੈਂਦਾ ਹੈ। ਜਿਵੇਂ ਲੈਟਸ ਸੇ ਕਿ ਕੋਈ ਸਾਫ਼ ਪੇਜ ਹੁੰਦਾ ਜੀ, ਸਾਫ਼ ਪੇਜ ਦੇ ਉੱਪਰ ਆਪਾਂ ਜੇ ਕੁਝ ਲਿਖ ਦਈਏ ਤਾਂ ਉਹ ਦੂਸਰੇ ਬੰਦੇ ਨੂੰ ਦਿਖਦਾ ਆ। ਸੋ ਇਸੇ ਤਰ੍ਹਾਂ ਹੀ ਇਮੀਗ੍ਰੇਸ਼ਨ ਹਿਸਟਰੀ ਹੈ ਜੀ। ਜੇ ਤੁਹਾਡੀ 1 ਰਿਫਿਊਜ਼ਲ ਲੱਗੀ ਹੈ ਜਾਂ 2 ਲੱਗੀਆਂ ਤਾਂ ਜਦੋਂ ਐਪਲੀਕੇਸ਼ਨ ਨੈਕਸਟ ਟਾਈਮ ਨਵੇਂ ਆਫੀਸਰ ਕੋਲ ਜਾਊਗੀ ਤਾਂ ਉਹਨੇ ਜਿਹੜੀ ਪਿਛਲੀ ਰਿਫਿਊਜ਼ਲ ਹੈਗੀ ਆ ਉਹ ਦੇਖ ਸਕਦਾ ਜੀ ਉਹ, ਐਂਡ ਈਵਨ ਉਹਦੇ ਰੀਜ਼ਨਸ ਤੱਕ ਜ਼ਰੂਰ ਦੇਖੂਗਾ ਜੀ ਕਿ ਇਹਦੇ ਪਹਿਲਾਂ ਰੀਜ਼ਨਸ ਜਿਹੜੇ ਸੀਗੇ ਐਪਲੀਕੇਸ਼ਨ ਰਿਫਿਊਜ਼ਲ ਦੇ ਕੀ ਸੀਗੇ, ਉਹ ਉਹਨਾਂ ਰੀਜ਼ਨਸ ਨੂੰ ਦੇਖਦੇ ਹੋਏ ਵੀ ਨਵਾਂ ਡਿਸੀਜਨ ਬਣਾਉਂਦਾ ਹੈ ਜੀ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਕਿਸੇ ਐਪਲੀਕੈਂਟ ਦੀ ਐਪਲੀਕੇਸ਼ਨ ਪਹਿਲਾਂ ਰਿਫਿਊਜ਼ ਹੋਈ ਹੈ, ਉਹ ਬਾਰ-ਬਾਰ ਰਿਫਿਊਜ਼ ਹੋ ਰਹੀ ਸੀ, ਉਹ ਸਾਡੇ ਕੋਲ ਆਇਆ ਕਿ ਮੇਰੀ ਐਪਲੀਕੇਸ਼ਨ ਰਿਫਿਊਜ਼ ਹੋ ਰਹੀ ਹੈ ਬਾਰ-ਬਾਰ। ਤਾਂ ਅਸੀਂ ਉਹਦੇ ਜਦੋਂ GCMS ਨੋਟਸ ਪਾਏ ਤਾਂ ਉਹਨਾਂ ਦੇ ਵਿੱਚ ਕੀ ਸੀਗਾ ਕਿ ਉਹ ਆਪਣੀ ਇੱਕ ਮੌਂਟਰੀਅਲ ਦੇ ਵਿੱਚ ਰਹਿ ਰਹੀ ਸਿਸਟਰ ਬਾਰੇ ਐਪਲੀਕੇਸ਼ਨ 'ਚ ਨਹੀਂ ਦੱਸ ਰਿਹਾ ਸੀਗਾ, ਜਦ ਕਿ ਉਹਦੀ ਰੀਅਲ ਸਿਸਟਰ ਸੀਗੀ। ਤਾਂ ਅਸੀਂ ਉਹ ਬੰਦੇ ਨੂੰ ਪੁੱਛਿਆ, ਐਪਲੀਕੈਂਟ ਨੂੰ ਪੁੱਛਿਆ ਕਿ ਤੂੰ ਇਹ ਦੱਸ ਕਿਉਂ ਨਹੀਂ ਰਿਹਾ ਐਪਲੀਕੇਸ਼ਨ? ਕਹਿੰਦਾ ਵੀ ਸਾਡਾ ਸ਼ੁਰੂ ਤੋਂ ਇਸ ਸਿਸਟਰ ਨਾਲ ਕੋਈ ਵਾਹ ਵਾਸਤਾ ਨਹੀਂ ਹੈ, ਅਸੀਂ ਇਹਨਾਂ ਨਾਲ ਵਰਤ ਨਹੀਂ ਰਹੇ ਹੈਗੇ, ਸੋ ਅਸੀਂ ਸ਼ੁਰੂ ਤੋਂ ਇਹਨੂੰ ਕਦੇ ਆਪਣੀ ਸਿਸਟਰ ਨੇ ਮੰਨਿਆ ਸੀ, ਇਹ ਐਪਲੀਕੇਸ਼ਨ ਦੱਸ ਨਹੀਂ ਰਹੇ ਹੈਗੇ ਕਿ ਸਾਡੀ ਕੋਈ ਸਿਸਟਰ ਵੀ ਹੈਗੀ ਹੈ। ਮੈਂ ਕਿਹਾ ਵੀ ਇਹੀ ਇੱਕ ਰੀਜ਼ਨ ਬਣ ਰਿਹਾ ਕਿਉਂਕਿ ਆਫੀਸਰ ਨੇ ਦੇਖ ਲਿਆ ਕਿ ਉਹਦੀ ਇੱਕ ਸਿਸਟਰ ਮੌਂਟਰੀਅਲ ਦੇ ਵਿੱਚ ਰਹਿੰਦੀ ਹੈ, ਕਿਉਂਕਿ ਉਹਨੇ ਜਦੋਂ ਆਪਣੀ ਫੈਮਿਲੀ ਇਨਫੋਰਮੇਸ਼ਨ ਭਰੀ ਹੋਊਗੀ ਤਾਂ ਉਹਨੇ ਦੱਸਿਆ ਹੋਣਾ ਜੀ। ਸੋ ਉਹੀ ਇੱਕ ਰੀਜ਼ਨ ਬਣ ਰਿਹਾ ਸੀਗਾ ਉਹਦੀ ਰਿਫਿਊਜ਼ਲ ਦਾ ਕਿ ਉਹ ਇੱਕ ਆਪਣੀ ਪਹਿਲਾਂ ਕੈਨੇਡਾ ਦੇ ਵਿੱਚ ਰਹਿ ਰਹੀ ਸਿਸਟਰ ਬਾਰੇ ਐਪਲੀਕੇਸ਼ਨ ਦੇ ਵਿੱਚ ਦੱਸ ਨਹੀਂ ਰਿਹਾ ਸੀਗਾ। ਸੋ ਇਵੇਂ ਦੀਆਂ ਬਹੁਤ ਸਾਰੀਆਂ ਮਿਸਟੇਕਸ ਜਿਹੜੇ ਹੈਗੇ ਆਪਣੇ ਲੋਕ ਕਰਦੇ ਆ ਜੀ। ਕਈ ਵਾਰੀ ਡੇਟ ਆਫ ਬਰਥ ਪੈ ਜਾਂਦੀ ਹੈ ਜੀ ਗਲਤ ਆਪਣੇ ਭੈਣ ਭਰਾ ਦੀ ਜਿਹੜਾ ਕੈਨੇਡਾ ਦੇ ਵਿੱਚ ਪਹਿਲਾਂ ਰਹਿ ਰਿਹਾ ਹੁੰਦਾ ਜੀ। ਸੋ ਇਵੇਂ ਜਿਹੜੀਆਂ ਮਿਸਟੇਕਸ ਹੈਗੀਆਂ ਉਹ ਨਹੀਂ ਕਰਨੀਆਂ ਚਾਹੀਦੀਆਂ ਜੀ। ਜਾਂ ਜਦੋਂ ਤੁਸੀਂ ਨਵੀਂ ਐਪਲੀਕੇਸ਼ਨ ਪਾਉਣੀ ਹੈ, ਪਹਿਲੀ ਤੁਹਾਡੀ ਰਿਫਿਊਜ਼ ਹੋ ਚੁੱਕੀ ਹੈ, ਤਾਂ GCMS ਨੋਟਸ ਪਾਉਣੇ ਬਹੁਤ ਜ਼ਰੂਰੀ ਹੈ ਜੀ। ਕਿੰਨਾ ਕੁ ਫਰਕ ਪੈਂਦਾ ਜਦੋਂ ਤੁਸੀਂ ਆਨਲਾਈਨ ਐਪਲੀਕੇਸ਼ਨ ਫਾਈਲ ਕਰਦੇ ਹੋ ਤੇ ਪੇਪਰ ਐਪਲੀਕੇਸ਼ਨ ਫਾਈਲ ਕਰਦੇ ਹੋ? ਬਹੁਤਾ ਫਰਕ ਨਹੀਂ ਜੀ ਪੈਂਦਾਗਾ। ਪਹਿਲਾਂ ਗਵਰਨਮੈਂਟ ਸਮਾਂ ਦੀ ਪੁਸ਼ ਕਰ ਰਹੀ ਹੈ ਜੀ, ਹੁਣ ਜ਼ਿਆਦਾ ਉਹ ਇਸ ਚੀਜ਼ ਨੂੰ ਬੜਾਵਾ ਦੇ ਰਹੇ ਆ ਕਿ ਤੁਸੀਂ ਜ਼ਿਆਦਾ ਆਨਲਾਈਨ ਐਪਲੀਕੇਸ਼ਨਸ ਪਾਓ, ਪੇਪਰਲੈਸ ਐਪਲੀਕੇਸ਼ਨ ਹੋਣੀ ਚਾਹੀਦੀ ਹੈ। ਐਨਵਾਇਰਨਮੈਂਟਲ ਇਸ਼ੂਜ਼ ਵੀ ਹੈਗੇ ਆ। ਸੋ ਜਿਹੜੀ ਆਨਲਾਈਨ ਐਪਲੀਕੇਸ਼ਨ ਉਹ ਆਫੀਸਰ ਆਪਣੇ ਕੰਪਿਊਟਰ ਦੇ ਉੱਪਰ ਖੋਲਦਾ ਜੀ, ਤੇ ਜਿਹੜੀ ਪੇਪਰ ਫਾਈਲ ਹੈਗੀ ਉਹਦੇ ਟੇਬਲ ਤੇ ਜਾਂਦੀ ਹੈ ਜੀ। ਉਹ ਕਈ ਵਾਰੀ ਕਹਿ ਦਿੰਦੇ ਨੇ ਕਿ ਉਹ ਤੁਹਾਡੀ ਕੰਪਿਊਟਰ ਹੀ ਚੈੱਕ ਕਰਕੇ ਜਿਹੜੀ ਵੀ ਉਹ ਚੱਕਦਾ ਹੈਗਾ ਇਨਫੋਰਮੇਸ਼ਨ ਤੇ ਤੁਹਾਨੂੰ ਆਬਜੈਕਸ਼ਨ ਭੇਜ ਕੇ ਉਹਨਾਂ ਫਾਈਨਲ ਡਿਸੀਜਨ ਫਿਰ ਵੀ ਆਫੀਸਰ ਹੀ ਬਣਾਉਂਦਾ ਜੀ। ਓਕੇ, ਹਾਂਜੀ, ਕੰਪਿਊਟਰ ਫਾਈਨਲ ਡਿਸੀਜਨ ਨਹੀਂ ਬਣਾ ਸਕਦਾ ਜੀ। ਉਹ ਦੇਖ ਸਕਦਾ ਹੈ ਕਿ ਰਿਕੁਆਇਰਡ ਡਾਕੂਮੈਂਟਸ ਹੈਗੇ ਐਪਲੀਕੇਸ਼ਨ ਦੇ ਵਿੱਚ ਜਾਂ ਨਹੀਂ, ਜਾਂ ਕੀ ਮਿਸਿੰਗ ਹੈਗਾ ਜੀ। ਸੋ ਡਿਸੀਜਨ ਜਿਹੜਾ ਆਫੀਸਰ ਵੱਲੋਂ ਹੀ ਬਣਾਇਆ ਜਾਂਦਾ, ਆਫੀਸਰ ਵੱਲੋਂ ਬਣਾਇਆ ਜਾਂਦਾ ਜੀ ਆਲ ਦਾ ਟਾਈਮ ਜੀ। ਸੋ ਕਹਿ ਸਕਦੇ ਹਾਂ ਕਿ ਫਾਈਲ ਨੂੰ ਜੇ ਤੁਸੀਂ ਦੂਜੀ ਵਾਰ ਫਾਈਲ ਕਰ ਰਹੇ ਹੋ ਤਾਂ ਇੱਕ ਵਾਰ ਐਕਸਪਰਟ ਦੀ ਸਲਾਹ ਲੈ ਲਓ। ਜੇ ਤੁਸੀਂ ਨਹੀਂ ਚਾਹੁੰਦੇ ਕਿ ਮੈਂ ਐਕਸਪਰਟ ਨੂੰ ਇਨਵੋਲਵ ਕਰਨਾ ਤਾਂ ਖੁਦ ਜੇ ਤੁਸੀਂ ਇੰਨੇ ਹੈਗੇ ਹੋ, ਜੇ ਤੁਸੀਂ ਦੇਖ ਸਕਦੇ ਹੋ ਤਾਂ ਆਪਣੀ ਜਿਹੜੀ ਗਲਤੀਆਂ ਉਹ ਵਾਰ-ਵਾਰ ਚੈੱਕ ਕਰੋ ਕਿ ਕਿੱਥੇ ਮਿਸਟੇਕ ਹੈਗੀ ਹੈ, ਕਿਉਂਕਿ ਓਨੈਸਟੀ ਦੇ ਨਾਲ ਤੁਸੀਂ ਸਾਰਾ ਕੰਮ ਜੇ ਕਰਦੇ ਆ ਤਾਂ ਇਮੀਗ੍ਰੇਸ਼ਨ ਆਫੀਸਰ ਆਲਵੇਜ਼ ਦੇਖਦਾ ਹੈ ਕਿ ਹਾਂ ਇਹਦੀ ਐਪਲੀਕੇਸ਼ਨ ਸਹੀ ਹੈ। ਐਂਡ ਕਈ ਵਾਰੀ ਕੀ ਹੁੰਦਾ ਜੀ, ਜਿਵੇਂ ਇੱਥੇ ਮੈਂ ਇੱਕ ਹੋਰ ਚੀਜ਼ ਤੁਹਾਨੂੰ ਮੈਂ ਦੱਸਣਾ ਚਾਹਣਾ ਕਿ ਜਿਵੇਂ ਬਹੁਤ ਜਿਹੜੇ ਐਪਲੀਕੈਂਟ ਖਾਸ ਤੌਰ ਤੇ ਆਪਣੇ ਪੰਜਾਬ ਤੋਂ ਮੈਂ ਦੇਖਦਾ ਜੀ, ਜੇ ਉਹਨਾਂ ਦੀ ਪਹਿਲਾਂ ਰਿਫਿਊਜ਼ਲ ਲੱਗੀ, ਲੈਟਸ ਸੇ ਵਿਜ਼ਟਰ ਵੀਜ਼ਾ ਦੀ ਰਿਫਿਊਜ਼ਲ ਲੱਗੀ ਹੈ ਜੀ, ਤਾਂ ਉਹ ਸੋਚਦੇ ਆ ਕਿ ਜੇ ਮੈਂ ਐਪਲੀਕੇਸ਼ਨ 'ਚ ਨਹੀਂ ਦੱਸੂਗਾ ਤਾਂ ਉਹ ਪਤਾ ਨਹੀਂ ਲੱਗੂਗੀ। ਉਹ ਦੱਸਦੇ ਹੀ ਨਹੀਂ ਜੀ, ਪਹਿਲਾਂ ਵਾਲੀ ਰਿਫਿਊਜ਼ਲ ਦੱਸਦੇ ਨੇ। ਲੈਟਸ ਸੇ ਕਿ 3 ਸਾਲ ਪਹਿਲਾਂ ਕਿਸੇ ਦੀ ਰਿਫਿਊਜ਼ਲ ਹੋਈ ਸੀਗੀ, ਉਹ ਦੱਸਦੇ ਨਹੀਂ ਕਿ ਪਾਸਪੋਰਟ ਕੋਈ ਹੋਰ ਰੀਨਿਊ ਕਰਵਾ ਲਿਆ ਪਾਸਪੋਰਟ, ਤਾਂ ਉਹ ਕਹਿੰਦੇ ਮੇਰੇ ਕੋਲ ਤਾਂ ਹੁਣ ਪਹਿਲਾਂ ਵਾਲਾ ਪਾਸਪੋਰਟ ਨਹੀਂ, ਮੇਰੇ ਕੋਲ ਨਵਾਂ ਪਾਸਪੋਰਟ ਰੀਨਿਊ ਕਰਾਇਆ ਹੋਇਆ। ਪਰ ਨਹੀਂ, ਤੁਹਾਡੀ ਜਿਹੜੀ ਐਪਲੀਕੇਸ਼ਨ ਉਹ ਆਫੀਸਰ ਨੂੰ ਪਤਾ ਲੱਗ ਜਾਣਾ ਹੈ ਉਹਨਾਂ ਨੂੰ, ਕਿਉਂਕਿ ਉਹ ਸਿਸਟਮ ਦੇ ਵਿੱਚ ਆ। ਤੁਹਾਡਾ ਇੱਕ GIC ਜਿਹੜਾ ਹੈਗਾ ਆ ਅਕਾਊਂਟ ਹੈਗਾ, ਉਹ ਥੋੜਾ ਬਣ ਚੁੱਕਾ ਆ ਤੇ ਤੁਹਾਡੀ ਐਪਲੀਕੇਸ਼ਨ ਤੇ ਪੱਕਾ ਨੰਬਰ ਲੱਗ ਚੁੱਕਾ ਹੈ ਜੀ। ਸੋ ਉਹਨੂੰ ਆਪਾਂ UCI ਨੰਬਰ ਕਹਿੰਦੇ ਹੈਗੇ, ਯੂਨੀਕ ਕਲਾਇੰਟ ਆਇਡੈਂਟੀਫਿਕੇਸ਼ਨ। ਸੋ ਆਫੀਸਰ ਨੇ ਉਹ ਯੂਨੀਕ ਕਲਾਇੰਟ ਆਇਡੈਂਟੀਫਿਕੇਸ਼ਨ ਨੰਬਰ ਜਦੋਂ ਪਾਉਣਾ ਹੈ, ਤੁਹਾਡੀ ਸਾਰੀਆਂ ਪ੍ਰੀਵੀਅਸ ਰਿਫਿਊਜ਼ਲ ਜਿਹੜੀਆਂ ਹੈਗੀਆਂ ਉਹ ਉਹਨੂੰ ਦੇਖਣਗੀਆਂ। ਜਿਵੇਂ ਸਾਡੇ ਕੋਲ ਇੱਥੇ SIN ਨੰਬਰ ਹੁੰਦਾ ਆ ਤਾਂ ਉਵੇਂ ਹੀ ਸੇਮ ਹੁੰਦਾ ਆ ਕਿ ਤੁਹਾਡੇ ਕੋਲ ਇੱਕ ਜਦੋਂ ਤੁਸੀਂ ਇਮੀਗ੍ਰੇਸ਼ਨ ਦੇ ਵਿੱਚ ਤੁਹਾਡਾ ਨਾਮ ਚਲਾ ਗਿਆ ਸਿਸਟਮ ਦੇ ਵਿੱਚ ਤੇ ਤੁਹਾਡੀ ਸਾਰੀ ਹਿਸਟਰੀ A to Z ਸਾਰੀ ਹਿਸਟਰੀ ਬਣ ਰਹੀ ਹੁੰਦੀ ਹੈ ਯੂਨੀਕ ਕਲਾਇੰਟ ਆਇਡੈਂਟੀਫਿਕੇਸ਼ਨ ਨੰਬਰ ਦੇ ਅੰਡਰ। ਸੋ ਤੁਹਾਨੂੰ ਹੈਵ ਟੂ ਦੱਸਣਾ ਜ਼ਰੂਰੀ ਆ। ਐਂਡ ਮੈਂ ਸਮਝਦਾ ਕਿ ਜੇ ਤੁਸੀਂ ਸੱਚਾਈ ਦੱਸਦੇ ਆ ਕਿ ਮੇਰੀ ਐਪਲੀਕੇਸ਼ਨ 1 ਜਾਂ 2 ਵਾਰੀ ਪਹਿਲਾਂ ਰਿਫਿਊਜ਼ ਹੋਈ ਸੀ, ਉਹਦੇ ਰੀਜ਼ਨਸ ਆਹ ਸੀਗੇ, ਮੈਂ ਹੁਣ ਉਹਨੂੰ ਰੈਕਟੀਫਾਈ ਕਰਕੇ ਨਵੀਂ ਐਪਲੀਕੇਸ਼ਨ ਪਾ ਰਿਹਾ, ਤਾਂ ਵੀਜ਼ਾ ਆਫੀਸਰ ਡੈਫੀਨੇਟਲੀ ਉਹਨੂੰ ਪੋਜ਼ਿਟਿਵ ਵਿਊ ਨਾਲ ਦੇਖੂਗਾ ਜੀ। ਤੇ ਨਾਲ ਹੁਣ ਰਿਫਿਊਜ਼ਲ ਦੀ ਗੱਲ ਕਰ ਹੀ ਰਹੇ ਆ, ਨਾਲ ਇਸ ਵਾਰ ਕਹਿ ਰਹੇ ਕਿ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ PGWP ਇਹਦੀਆਂ ਜਿਹੜੀਆਂ ਐਪਲੀਕੇਸ਼ਨਸ ਆ ਬਹੁਤ ਰਿਫਿਊਜ਼ ਹੋ ਰਹੀਆਂ। ਉਹਦੇ ਵੀ ਕੁਝ ਕਾਰਨ ਨੇ ਜੀ, ਕਿਉਂਕਿ ਉਹਦੇ ਵਿੱਚ ਬਹੁਤ ਸਾਰੇ ਸਟੂਡੈਂਟ ਜਿਹੜੇ ਸੀਗੇ ਜੀ, ਉਹਨਾਂ ਨੇ ਆਪਣੇ ਆਪ ਨੂੰ ਜਿਵੇਂ ਆਪਣੀ ਮਰਜ਼ੀ ਦੇ ਨਾਲ ਹੀ ਪਾਰਟ ਟਾਈਮ
ਸਟੱਡੀ ਕਰ ਲੈਂਦੇ ਆ ਜੀ, ਉਹ ਜਿਵੇਂ ਇੱਕ ਕੋਰਸ ਨਹੀਂ ਲਿਆ ਜੀ, ਉਹ ਕਹਿਣਗੇ ਕਿ ਮੈਂ ਅਗਲੇ ਸਮੈਸਟਰ 'ਚ ਉਹ ਕੋਰਸ ਲੈ ਲੂੰਗਾ ਜੀ, ਉਹਨੂੰ ਡ੍ਰੌਪ ਕਰਤਾ। ਪਰ ਤੁਹਾਨੂੰ ਇੱਥੇ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੈਗਾ ਜੀ, ਉਹਦੇ ਵਿੱਚ ਤੁਹਾਡੀ ਜਿਹੜੀ ਪਹਿਲੀ ਰਿਕੁਆਇਰਮੈਂਟ ਹੈਗੀ ਆ ਉਹ ਫੁੱਲ ਟਾਈਮ ਸਟੱਡੀ ਹੈ ਜੀ। ਤੁਹਾਡੀ ਜਿਹੜੀ ਐਜੂਕੇਸ਼ਨ ਆ ਉਹ ਫੁੱਲ ਟਾਈਮ ਹੋਣੀ ਚਾਹੀਦੀ ਹੈ। ਜਿਹੜੇ ਵੀ ਕੋਰਸਿਸ ਹੈਗੇ ਆ ਤੁਸੀਂ ਇਹ ਨਹੀਂ ਕਿ ਆਪਣੀ ਮਰਜ਼ੀ ਨਾਲ ਅੱਗੇ ਪਿੱਛੇ ਕਰ ਲਓਗੇ, ਜਿਵੇਂ ਜਿਵੇਂ ਪ੍ਰੋਗਰਾਮ ਚੱਲਦਾ ਸਮੈਸਟਰ ਵਾਈਜ਼ ਤੁਹਾਨੂੰ ਉਹ ਕੰਪਲੀਟ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਉਹ ਕੰਪਲੀਟ ਨਹੀਂ ਕੀਤਾ ਤਾਂ ਉਸ ਬਿਹਾਫ ਦੇ ਉੱਪਰ ਐਪਲੀਕੇਸ਼ਨਾਂ ਬਹੁਤ ਰਿਫਿਊਜ਼ ਹੋ ਰਹੀਆਂ ਜੀ ਹੁਣ। ਐਂਡ ਇੱਕ ਰੀਜ਼ਨ ਇਹ ਵੀ ਹੈ ਕਿ ਉਹਦੇ ਵਿੱਚ ਸਟੂਡੈਂਟਸ ਵੀ ਕੁਝ ਇਨੋਸੈਂਟ ਹੈਗੇ ਆ ਜੀ, ਕਿ ਜਿਹੜੇ ਸਟੂਡੈਂਟਸ ਆ ਹੀ ਇੰਨੇ ਗਏ ਜੀ ਕਿ ਜਿਹੜੇ ਇੰਸਟੀਟਿਊਸ਼ਨਸ ਹੈਗੇ ਆ ਉਹ ਆਪ ਹੀ ਪ੍ਰੋਗਰਾਮ ਜਿਹੜਾ ਹੈਗਾ ਉਹ ਡਿਲੇ ਜਾਂ ਅੱਗੇ ਪਿੱਛੇ ਕਰ ਲੈਂਦੇ ਆ ਜੀ। ਜਿਵੇਂ ਕੁਝ ਪ੍ਰੋਗਰਾਮਸ ਇੱਕ ਸਮੈਸਟਰ 'ਚ ਪੜ੍ਹਾਏ ਨਹੀਂ ਜਾਂਦੇ, ਉਹ ਕਹਿੰਦੇ ਕਿ ਤੁਹਾਡੇ ਲਈ ਅਸੀਂ ਅੱਗੇ ਜਾ ਕੇ ਪੜ੍ਹਾਵਾਂਗੇ, ਤੁਸੀਂ 3 ਮਹੀਨੇ ਦਾ ਡ੍ਰੌਪ ਲੈ ਲਓ। ਸੋ ਉਹ ਡ੍ਰੌਪ ਜਿਹੜਾ ਹੈਗਾ ਉਹ ਨਹੀਂ ਲੈਣਾ ਚਾਹੀਦਾ ਜੀ। ਤੁਹਾਨੂੰ ਤੁਹਾਡੇ ਇੰਸਟੀਟਿਊਸ਼ਨ ਨੂੰ ਜਾਂ ਤੁਹਾਡਾ ਐਜੂਕੇਸ਼ਨ ਕਾਉਂਸਲਰ ਨੂੰ ਇਨਸਿਸਟ ਕਰਨਾ ਚਾਹੀਦਾ ਹੈ ਕਿ ਜਿਹੜਾ ਉਹ ਤੁਸੀਂ ਕੋਰਸ ਆ ਡ੍ਰੌਪ ਨਹੀਂ ਕਰੋਗੇ, ਤੁਹਾਨੂੰ ਕਿਸੇ ਵੀ ਹਾਲਤ ਦੇ ਵਿੱਚ ਉਹ ਕੋਰਸ ਕਰਨਾ ਚਾਹੀਦਾ ਹੈ, ਤਾਂ ਕਿ ਜਿਹੜੀ ਉਹ ਫੁੱਲ ਟਾਈਮ ਸਟੱਡੀ ਕੰਸੀਡਰ ਹੋ ਸਕੇ। ਜੇਕਰ ਉਹ ਫੁੱਲ ਟਾਈਮ ਸਟੱਡੀ ਕੰਸੀਡਰ ਨਹੀਂ ਹੁੰਦੀਗੀ ਤਾਂ ਉਹ ਤੁਹਾਡਾ ਜਿਹੜਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੇ ਡੈਫੀਨਿਟਲੀ ਉਹਦਾ ਇਫੈਕਟ ਪੈਣਾ ਜੀ। ਤੇ ਨਾਲ ਅਸੀਂ ਪਿਛਲੀ ਵਾਰ ਵੀ ਗੱਲ ਕੀਤੀ ਸੀ ਐਕਸਪ੍ਰੈਸ ਐਂਟਰੀ ਦੀ ਕਿ ਪੁਆਇੰਟ ਉੱਥੇ ਹੀ ਖੜੇ ਆ, ਥੋੜੇ ਬਹੁਤ ਘਟ ਜਾਂਦੇ ਆ, ਥੋੜੇ ਬਹੁਤ ਵੱਧ ਜਾਂਦੇ ਆ। ਹੁਣ ਥੋੜੇ ਜਿਹੇ ਘਟੇ ਸੀਗੇ ਤੇ ਲੱਗਦਾ ਸੀ ਕਿ ਸ਼ਾਇਦ ਅਗਲੀ ਵਾਰੀ ਵੀ ਘਟਣਗੇ, ਪਰ ਉੱਥੇ 400 469 ਇੰਨਾ ਕਿ ਜਿਹੜਾ ਪੁਆਇੰਟ ਆ ਰਿਹਾ ਹੈਗਾ। ਸੋ ਉਹਦੇ ਲਈ ਕੋਈ ਰਿਕੁਆਇਰਮੈਂਟਸ ਵਧੀਆਂ ਘਟੀਆਂ ਨੇ। ਜਿਹੜੇ ਫ੍ਰੈਂਚ ਲੈਂਗੁਏਜ ਸਪੀਕਰ ਹੈਗੇ ਆ ਜਾਂ ਜਿਨ੍ਹਾਂ ਨੂੰ ਫ੍ਰੈਂਚ ਆਉਂਦੀ ਹੈ, ਸ਼ਾਇਦ ਕਈ ਸਾਡੇ ਇਹੋ ਜਿਹੇ ਵੀ ਹੋਣਗੇ ਜਿਹੜੇ ਆਇਲਸ ਦੇ ਨਾਲ ਨਾਲ ਫ੍ਰੈਂਚ ਸਪੀਕਰ ਵੀ ਹੋਣਗੇ, ਇੰਗਲਿਸ਼ ਸਪੀਕਰ ਦੇ ਨਾਲ ਨਾਲ, ਉਹਨਾਂ ਨੂੰ ਕੋਈ ਫਰਕ ਪੈਂਦਾ ਹੈ ਕਿ ਜੇ ਉਹਨਾਂ ਨੂੰ ਫ੍ਰੈਂਚ ਆਉਂਦੀ ਹੈ ਤੇ ਉਹਦੇ ਨਾਲ ਉਹਨਾਂ ਦੇ ਪੁਆਇੰਟ ਵੱਧ ਘਟ ਸਕਦੇ? ਡੈਫੀਨੇਟਲੀ ਪੈਂਦਾ ਜੀ। ਜਿਵੇਂ ਪਹਿਲਾਂ ਉਹਨਾਂ ਨੇ ਅਨਾਉਂਸਮੈਂਟ ਕੀਤੀ ਸੀਗੀ ਕਿ ਜੇ ਤੁਹਾਡਾ ਇੱਥੇ ਫੈਮਿਲੀ ਮੈਂਬਰ ਹੈਗਾ ਤਾਂ 15 ਪੁਆਇੰਟ ਉਹਦੇ ਐਕਸਟਰਾ ਮਿਲਦੇ ਆ ਜੀ। ਇਵੇਂ ਫ੍ਰੈਂਚ ਲੈਂਗੁਏਜ ਦੇ ਐਕਸਟਰਾ ਪੁਆਇੰਟਸ ਹੈ ਜੀ। ਸੋ ਜਿਹੜਾ ਬੰਦਾ ਮੈਂ ਸਮਝਦਾ ਐਕਸਪ੍ਰੈਸ ਐਂਟਰੀ 'ਚ ਐਲੀਜੀਬਲ ਹੁੰਦਾ ਜੀ, ਉਹ ਘੱਟੋ ਘੱਟ ਆਇਲਸ ਦੇ ਵਿੱਚ 6 ਬੈਂਡ ਜ਼ਰੂਰ ਲਏ ਹੁੰਦੇ ਆ ਉਹਦੇ, ਜਾਂ 6.5 ਲਏ ਹੁੰਦੇ ਆ। ਸੋ ਜਿਹੜਾ ਬੰਦਾ ਇੰਗਲਿਸ਼ 'ਚ 6 ਬੈਂਡ ਜਾਂ 6.5 ਲੈ ਸਕਦਾ ਹੈ, ਉਹ ਮੈਨੂੰ ਇਹ ਲੱਗਦਾ ਕਿ ਇੰਟਰਮੀਡੀਏਟ ਲੈਵਲ ਫ੍ਰੈਂਚ ਦਾ ਵੀ ਜ਼ਰੂਰ ਪਾਸ ਕਰ ਸਕਦਾ ਹੈ, ਕਿਉਂਕਿ ਫ੍ਰੈਂਚ ਵੀ ਇੰਗਲਿਸ਼ ਦੇ ਹੀ ਵਰਡਸ ਯੂਜ਼ ਕਰਦੇ। ਸੋ ਮੈਂ ਤੁਹਾਡੀ ਬਿਲਕੁਲ ਰਾਏ ਸਹੀ ਹੈ ਕਿ ਜ਼ਰੂਰ ਫ੍ਰੈਂਚ ਜਿਹੜੀ ਹੈਗੀ ਹੈ ਜੀ ਉਹ ਕਰ ਲੈਣੀ ਚਾਹੀਦੀ ਹੈ ਆਪਣੇ ਪੁਆਇੰਟਸ ਇਨਕਰੀਜ਼ ਕਰਨ ਦੇ ਲਈ। ਜੇਕਰ ਤੁਹਾਡਾ 10 ਜਾਂ 12 ਜਾਂ 15 ਪੁਆਇੰਟ ਦਾ ਫਰਕ ਰਹਿ ਰਿਹਾ ਤਾਂ ਤੁਸੀਂ ਜ਼ਰੂਰ ਫ੍ਰੈਂਚ ਨੂੰ ਟਰਾਈ ਕਰੋ। ਫ੍ਰੈਂਚ ਦਾ ਜੇਕਰ ਤੁਹਾਡਾ ਆਇਲਸ ਹੈਗਾ ਜੀ ਨਾਲ, ਸੋ ਤੁਸੀਂ ਬਾਈਲਿੰਗੁਅਲ ਇੱਕ ਐਪਲੀਕੈਂਟ ਜਿਹੜੇ ਹੈਗੇ ਕੰਸੀਡਰ ਹੋ ਜਾਂਦੇ ਆ, ਜਿਹੜੀ ਕਿ ਐਪਲੀਕੇਸ਼ਨ ਜਿਹੜੀ ਉਹਨੂੰ ਪ੍ਰਾਇੋਰਟੀ ਦੇ ਉੱਪਰ ਐਫਐਸਐਲ ਲੈ ਲੈਂਦਾ ਜੀ, ਤੇ ਤੁਹਾਡੇ ਪੁਆਇੰਟਸ ਵੀ ਵੱਧ ਜਾਂਦੇ ਆ ਜੀ। ਸੋ ਇੱਕ ਵਧੀਆ ਆਈਡੀਆ ਹੈਗਾ ਜੀ। ਸੋ ਇਹ ਕਹਿ ਸਕਦੇ ਹਾਂ ਕਿ ਡਿਫਰੈਂਟ ਕ੍ਰਾਈਟੇਰੀਆ ਅਪਣਾ ਲੈਣਾ ਚਾਹੀਦਾ ਹੈ ਕਿ ਜੇ ਇੱਕ ਵੇ ਆਊਟ ਨਹੀਂ ਕੱਢਦਾ ਤਾਂ ਦੂਜਾ ਵੇ ਆਊਟ ਨਿਕਲ ਜਾਣਾ ਚਾਹੀਦਾ। ਹਾਂਜੀ ਬਿਲਕੁਲ ਜੀ। ਸੋ ਕਈ ਐਪਲੀਕੈਂਟਸ ਹੈਗੇ ਜੀ, ਜਿਵੇਂ ਹੁਣ ਇੱਥੇ ਬੈਠੇ ਵਿਚਾਰੇ ਵੇਟ ਕਰ ਰਹੇ ਆ ਕਿ ਐਕਸਪ੍ਰੈਸ ਐਂਟਰੀ ਸਾਡੇ ਪੁਆਇੰਟ ਨਹੀਂ ਬਣਦੇ, ਉਹਨਾਂ ਦੇ ਨਾਲ ਦੀ ਨਾਲ ਏਜ ਵੀ ਵੱਧ ਰਹੀ ਹੈ ਜੀ। ਉਹ ਇਸ ਚੀਜ਼ ਨੂੰ ਭੁੱਲ ਰਹੇ ਆ ਕਿ ਉਹਨਾਂ ਦੀ ਏਜ ਵੀ ਵੱਧ ਰਹੀ ਹੈ। ਜੇ ਲੈਟਸ ਸੇ ਉਹਨਾਂ ਨੂੰ 2 ਸਾਲ ਵੇਟ ਕਰਨਾ ਪੈ ਰਿਹਾ ਜਾਂ 1 ਸਾਲ ਵੇਟ ਕਰਨਾ ਪੈ ਰਿਹਾ, ਤਾਂ ਜੇ ਉਹ ਕਿਸੇ ਪਾਸੇ ਹੋਰ ਪੁਆਇੰਟਸ ਵਧਾਉਣ ਦੀ ਕੋਸ਼ਿਸ਼ ਕਰਨਗੇ ਤਾਂ ਏਜ ਦੇ ਪੁਆਇੰਟ ਵੀ ਘਟਣੇ ਆ, ਜਿਵੇਂ ਜਿਵੇਂ ਉਹਨਾਂ ਦੀ ਐਪਲੀਕੇਸ਼ਨ ਜਿਹੜੀ ਹੈਗੀ ਆ ਉਹ ਲੰਬਾ ਟਾਈਮ ਲਊਗੀ। ਸੋ ਮੈਂ ਕਹੂੰਗਾ ਕਿ ਜਿੰਨੀ ਜਲਦੀ ਫ੍ਰੈਂਚ ਆ ਜਾਂ ਥੋੜੀ ਆਇਲਸ ਨੂੰ ਇੰਪਰੂਵ ਕਰ ਸਕਦੇ ਆ, 2 ਹੀ ਤੁਹਾਡੇ ਕੋਲ ਰਸਤੇ ਆ ਜੀ, ਫ੍ਰੈਂਚ ਐਂਡ ਇੰਗਲਿਸ਼। ਤੁਸੀਂ ਜਿੰਨਾ ਜ਼ਿਆਦਾ ਇੰਪਰੂਵ ਕਰਕੇ ਜਿੰਨੇ ਵੱਧ ਪੁਆਇੰਟਸ ਲੈ ਸਕਦੇ ਆ, ਉਨਾ ਹੀ ਬੈਟਰ ਹੋਊਗਾ ਜੀ ਐਪਲੀਕੇਸ਼ਨ ਦੇ ਪ੍ਰੋਸੈਸਿੰਗ ਦੇ ਲਈ। ਬਿਲਕੁਲ। ਜੇ ਤੁਸੀਂ ਵੇਟ ਕਰ ਰਹੇ ਹੋ ਕਿੰਨੇ ਟਾਈਮ ਦੀ, ਜੇ ਤੁਹਾਡੇ ਤੇ ਖੁਦ ਤੋਂ ਨਹੀਂ ਫਾਈਲ ਲੱਗ ਰਹੀ ਜਾਂ ਤੁਹਾਨੂੰ ਇੱਕ ਅੱਧੀ ਗਲਤੀ ਨਹੀਂ ਫੜ ਹੋਈ, ਤਾਂ ਐਕਸਪਰਟ ਤਾਂ ਬੈਠੀ ਹੈ, ਉਹਨਾਂ ਦੀ ਸਲਾਹ ਤੁਸੀਂ ਲੈ ਸਕਦੇ ਹੈਗੇ ਆ, ਵੀਜ਼ਾ ਲਿੰਕ ਨੂੰ ਕੰਟੈਕਟ ਕਰ ਸਕਦੇ ਹੋ। ਕੀ ਮੈਸੇਜ ਹੈਗਾ ਤੁਹਾਡਾ ਵਿਊਅਰਸ ਨੂੰ? ਮੈਂ ਇਹੀ ਕਹੂੰਗਾ ਜੀ ਕਿ ਕਿਸੇ ਵੀ ਕਾਰਨ ਵਾਸਤੇ ਤੁਹਾਡੀ ਜਿਹੜੀ ਐਪਲੀਕੇਸ਼ਨ ਹੈਗੀ ਆ ਉਹ ਥਰੂ ਨਹੀਂ ਜਾ ਰਹੀ, ਚਾਹੇ ਉਹ ਐਕਸਪ੍ਰੈਸ ਐਂਟਰੀ ਦੀ ਫਾਈਲ ਹੈਗੀ ਹੈ, ਚਾਹੇ ਉਹ ਵਿਜ਼ਟਰ ਵੀਜ਼ਾ ਦੀ ਐਪਲੀਕੇਸ਼ਨ, ਚਾਹੇ ਵਰਕ ਪਰਮਿਟ ਦੀ, ਤਾਂ ਅਸੀਂ ਤੁਹਾਡੀ ਇਸ ਦੇ ਵਿੱਚ ਹੈਲਪ ਕਰ ਸਕਦੇ ਹੈਗੇ ਆ। ਤੁਸੀਂ ਮੈਨੂੰ ਮੇਰੇ ਸਰੀ ਵਾਲੇ ਆਫਿਸ ਦੇ ਵਿੱਚ ਆ ਕੇ ਮਿਲ ਸਕਦੇ ਹੋ। ਸਾਡਾ ਆਫਿਸ ਪਾਇਲ ਬਿਜ਼ਨਸ ਸੈਂਟਰ ਦੇ ਵਿੱਚ ਹੈਗਾ ਜੀ, 128 ਸਟਰੀਟ ਦੇ ਉੱਪਰ। ਮੈਨੂੰ ਫੋਨ ਕਰ ਸਕਦੇ ਹੋ ਜਾਂ ਮੇਰੇ ਆਫਿਸ ਦੇ ਨੰਬਰ ਦੇ ਉੱਪਰ ਮੈਨੂੰ ਕੰਟੈਕਟ ਕਰ ਸਕਦੇ ਹੋ, 7785655399। ਜ਼ਿਆਦਾ ਜਾਣਕਾਰੀ ਜੇ ਤੁਸੀਂ ਲੈਣੀ ਹੈਗੀ ਹੈ ਕੰਟੈਕਟਸ ਦੀ ਜਾਂ ਐਡਰੈਸ ਦੀ, ਤਾਂ visalink.ca ਨੂੰ ਵੀ ਚੈੱਕ ਕਰ ਸਕਦੇ ਹੋ। ਮੈਂ ਲਾਸਟ ਤੇ ਤੁਹਾਡਾ ਤੇ ਸਾਰੇ ਆਪਣੇ ਸਾਂਝਾ ਟੀਵੀ ਦੇ ਦਰਸ਼ਕਾਂ ਦਾ ਜੀ ਫਿਰ ਇੱਕ ਵਾਰੀ ਧੰਨਵਾਦ ਕਰਦਾ ਜੀ। ਥੈਂਕ ਯੂ ਸੋ ਮਚ ਐਂਡ ਹੈਪੀ ਹੌਲੀਡੇਜ਼। ਥੈਂਕ ਯੂ ਜੀ, ਤੁਹਾਨੂੰ ਵੀ ਸਾਰਿਆਂ ਨੂੰ, ਸਾਰੇ ਦਰਸ਼ਕਾਂ ਨੂੰ ਵੀ ਜੀ। ਬਿਲਕੁਲ। ਵੀਜ਼ਾ ਲਿੰਕ ਤੋਂ ਅੱਜ ਮਿਸਟਰ ਗੁਰਮੀਤ ਸਿੱਧੂ ਦੇ ਨਾਲ ਗੱਲਬਾਤ ਹੋਈ ਤੇ ਇਹਨਾਂ ਨੇ ਬਹੁਤ ਸਾਰੀ ਇਨਫੋਰਮੇਸ਼ਨ ਦਿੱਤੀ ਹੈ ਕਿ ਸਹੀ ਤਰ੍ਹਾਂ ਐਪਲੀਕੇਸ਼ਨ ਤੁਸੀਂ ਕਿਸ ਤਰ੍ਹਾਂ ਫਾਈਲ ਕਰ ਸਕਦੇ ਹੋ ਜੇ ਤੁਸੀਂ ਇਮੀਗ੍ਰੇਸ਼ਨ ਲੈਣੀ ਹੈ, ਜਾਂ ਤੁਸੀਂ ਵਰਕ ਪਰਮਿਟ ਤੇ ਆਉਣਾ, ਜਾਂ ਸਟੂਡੈਂਟ ਦੇ ਤੌਰ ਤੇ ਕੈਨੇਡਾ ਦੇ ਵਿੱਚ ਆਉਣਾ, ਜਾਂ ਕਿਸੇ ਵੀ ਕੰਟਰੀ ਦੇ ਵਿੱਚ ਆਉਣਾ। ਹੋਰ ਇਨਫੋਰਮੇਸ਼ਨ ਚਾਹੀਦੀ ਹੈ ਤਾਂ ਸਕਰੀਨ ਦੇ ਉੱਤੇ ਨੰਬਰ ਆ ਰਹੇ ਨੇ, ਤੁਸੀਂ ਇਹਨਾਂ ਨੰਬਰ ਸੇ ਕੰਟੈਕਟ ਕਰ ਸਕਦੇ ਹੋ, ਵੀਜ਼ਾ ਲਿੰਕ ਨੂੰ ਕੰਟੈਕਟ ਕਰ ਸਕਦੇ ਹੋ। ਤੇ ਇਸ ਤਰ੍ਹਾਂ ਹੀ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਜਾਣਕਾਰੀ ਦਿੰਦੇ ਰਵਾਂਗੇ ਇਮੀਗ੍ਰੇਸ਼ਨ ਦੇ ਬਾਰੇ। ਦੇਖਦੇ ਰਹੋ ਸਾਂਝਾ ਟੀਵੀ। ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।
subscribe our channel and press the bell icon ਤਾਂ ਕਿ ਕੋਈ ਵੀ ਨਵੀਂ ਅਪਡੇਟ ਤੁਸੀਂ ਮਿਸ ਨਾ ਕਰੋ।